ਨਨਕਾਣਾ ਸਾਹਿਬ ਦਾ ਜਿਹੜਾ ਮਹੰਤ ਨਾਰਾਇਣ ਦਾਸ ਹੈ, ਕਿਉਂਕਿ ਨਨਕਾਣਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਅਸਥਾਨ ਹੋਣ ਦੇ ਕਰਕੇ ਬਹੁਤ ਜ਼ਿਆਦਾ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਨਾਮ ਸੀ। ਜੋ ਵੇਰਵਾ ਸਾਡੇ ਕੋਲ ਨਨਕਾਣਾ ਸਾਹਿਬ ਦੀ ਜ਼ਮੀਨ ਦਾ ਹੈ, ਉਹਦੇ ਵਿੱਚ ਲਗਭਗ 17,500 ਏਕੜ ਜ਼ਮੀਨ ਜਿਹੜੀ ਹੈ ਉਹ ਨਨਕਾਣਾ ਸਾਹਿਬ ਦੇ ਅਸਥਾਨ ਦੇ ਨਾਂ ਦੇ ਉੱਤੇ ਸੀ। ਇਹ ਲਗਭਗ 24 ਪਿੰਡਾਂ ਦੇ ਜਿਹੜੇ ਕਾਸ਼ਤਕਾਰ ਸੀ ਉਹਦੇ ਵਿੱਚ ਖੇਤੀ ਕਰਦੇ ਹੁੰਦੇ ਸੀ। ਇਹਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਲਗਭਗ 16,500 ਜਿਹੜੀ ਏਕੜ ਜ਼ਮੀਨ ਹੈ, ਬਹੁਤ ਜ਼ਮੀਨ ਹੁੰਦੀ ਹੈ, ਕਈ ਪਿੰਡ ਦੇ ਵਿੱਚ ਆ ਜਾਂਦੇ ਨੇ। 16,500 ਏਕੜ ਲਗਭਗ ਜਿਹੜੀ ਜ਼ਮੀਨ ਹੈ ਉਹ ਵਾਹੀ ਯੋਗ ਸੀ। ਬਾਕੀ ਜ਼ਮੀਨ ਦੇ ਉੱਤੇ ਲਗਭਗ 300 ਏਕੜ ਜ਼ਮੀਨ ਦੇ ਉੱਤੇ ਬਾਗ ਲੱਗਾ ਹੋਇਆ ਸੀ। ਕੁਝ ਦੁਕਾਨਾਂ ਨਨਕਾਣਾ ਸਾਹਿਬ ਤੋਂ ਬਾਹਰ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਲਗਭਗ 13,000 ਜਿਹੜਾ ਏਕੜ ਹੈ ਉਹ ਜ਼ਮੀਨ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਿਹੜੀ ਖੁੱਲ੍ਹੀ ਥਾਂ ਹੈ, ਵੱਖ-ਵੱਖ ਸ਼ਹਿਰਾਂ ਦੇ ਵਿੱਚ, ਜਿੱਦਾਂ ਰਾਵਲਪਿੰਡੀ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਵੀ ਕੁਝ ਜਿਹੜੀਆਂ ਦੁਕਾਨਾਂ ਸੀ ਜਾਂ ਹੋਰ ਥਾਵਾਂ ਸੀ, ਉਹਦੀ ਜਿਹੜਾ ਮਾਲਕੀ ਸੀ ਉਹ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੇ ਨਾਂ ਹੇਠ ਹੁੰਦੀ ਸੀ। ਔਰ ਇੰਨੀ ਜਾਇਦਾਦ ਹੋਣ ਦੇ ਕਰਕੇ ਜਿਹੜੇ ਮਹੰਤ ਸੀ ਉਹਦੇ ਵਿੱਚੋਂ ਨਾਰਾਇਣ ਦਾਸ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ, ਜਿਹਨੂੰ ਸਾਡੇ ਬੋਲਿਆਂ ਦੇ ਵਿੱਚ ਨਰੈਣੂ ਮਹੰਤ ਵੀ ਕਿਹਾ ਜਾਂਦਾ ਹੈ। ਇਹ ਕਰਪਟ ਹੋਇਆ ਸੀ, ਇਹਨੇ ਗੁੰਡੇ ਭਰਤੀ ਕੀਤੇ ਹੋਏ ਸੀ ਤੇ ਇਹਦੀਆਂ ਸ਼ਿਕਾਇਤਾਂ ਜਦੋਂ ਪੰਥ ਦਾ ਪ੍ਰਬੰਧ ਜਿਹੜਾ ਹੈ ਉਹ ਕੁਝ ਗੁਰਦੁਆਰਿਆਂ ਦੇ ਅੰਦਰ ਹੋਇਆ ਤਾਂ ਨਨਕਾਣਾ ਸਾਹਿਬ ਦੇ ਮਹੰਤ ਦੇ ਬਾਰੇ ਵੀ ਸ਼ਿਕਾਇਤਾਂ ਗਈਆਂ ਸੀ। ਮੈਂ ਸੰਖੇਪ ਕਰ ਦੇਵਾਂ, ਜਿਹਦੇ ਵਿੱਚੋਂ ਜੋ ਘਟਨਾ ਅਸੀਂ ਉਦਣ ਵਿਚਾਰੀ ਹੈ ਕਿ ਇੱਕ ਸਿੰਧੀ ਜੱਜ ਰਿਟਾਇਰ ਹੋ ਕੇ ਗਿਆ ਸੀ ਤੇ ਇਹਨਾਂ ਦੇ ਜਥੇ ਦੇ ਵਿੱਚ ਜਿਹੜੇ 30-35 ਜਿਹੜੇ ਜਥੇ ਦੇ ਮੈਂਬਰ ਸੀ, ਉਹਨਾਂ ਦੇ ਵਿੱਚੋਂ ਇੱਕ ਬੱਚੀ ਦੇ ਨਾਲ ਕੁਕਰਮ ਕੀਤਾ ਗਿਆ ਸੀ। ਇਹਨੇ ਆ ਕੇ ਤੇ ਬੇਨਤੀ ਕੀਤੀ ਸੀ। ਫਿਰ ਇਹਦੇ ਤੋਂ ਇਲਾਵਾ ਬੀਬੀਆਂ ਜਿਹੜੀਆਂ ਸੀ ਉਹ ਮੱਸਿਆ ਦੇ ਉੱਤੇ ਗਈਆਂ ਸੀ। ਉਹਨਾਂ ਬੀਬੀਆਂ ਦਾ ਵੀ ਉਸ ਥਾਂ ਦੇ ਉੱਤੇ ਮਹੰਤ ਦੇ ਜਿਹੜੇ ਗੁੰਡੇ ਸੀ, ਕਹਿਣ ਨੂੰ ਸਾਧੂ ਹੁੰਦੇ ਸੀ ਉਹ ਸਾਰੇ, ਉਹਨਾਂ ਬੀਬੀਆਂ ਦੇ ਨਾਲ ਉਹਨਾਂ ਨੇ ਜਬਰ ਜਨਾਹ ਕੀਤਾ ਸੀ। ਫਿਰ ਇਸ ਤੋਂ ਇਲਾਵਾ ਇੱਕ ਅੰਮ੍ਰਿਤਧਾਰੀ ਸਿੱਖ ਪੰਜਾ ਸਾਹਿਬ ਤੋਂ ਦਰਸ਼ਨਾਂ ਦੇ ਲਈ ਆਇਆ, ਉਹਦੀ ਕਿਰਪਾਨ ਖੋਹ ਲਈ, ਉਹਦੇ ਪੈਸੇ ਖੋਹ ਲਏ। ਇਹ ਲਗਭਗ ਉਹ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆ ਗਈਆਂ। ਜਿਹੜੀਆਂ ਸਾਹਮਣੇ ਨਹੀਂ ਆਈਆਂ ਉਹ ਤੇ ਕਿੰਨੀਆਂ ਘਟਨਾਵਾਂ ਹੋਣਗੀਆਂ ਇੱਦਾਂ ਦੀਆਂ, ਕਿਉਂਕਿ ਜਦੋਂ ਬਹੁਤਾ ਰੌਲਾ ਪੈ ਜਾਵੇ ਫਿਰ ਗੱਲਾਂ ਸਾਹਮਣੇ ਆਉਂਦੀਆਂ ਨੇ। ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਇਹ ਗੱਲਾਂ ਸਾਰੀਆਂ ਅਕਾਲ ਤਖਤ ਸਾਹਿਬ ਦੇ ਉੱਤੇ ਮੀਟਿੰਗ ਹੋ ਰਹੀ ਸੀ, ਉਹਦੇ ਵਿੱਚ ਬੋਲੀਆਂ ਸੀ। ਤੇ ਜਦੋਂ ਉੱਥੇ ਇਹ ਫੈਸਲਾ ਲਿਆ ਗਿਆ ਵੀ 4, 5, 6 ਮਾਰਚ 1921 ਨੂੰ ਅਸੀਂ ਸਾਰੇ ਇੱਕ ਪੰਥਕ ਇਕੱਠ ਨਨਕਾਣਾ ਸਾਹਿਬ ਦੇ ਅੰਦਰ ਕਰਾਂਗੇ ਤੇ ਉੱਥੋਂ ਅਸੀਂ ਪ੍ਰਬੰਧ ਜੋ ਹੈ ਉਹ ਪੰਥ ਦੇ ਹੱਥ ਦੇ ਵਿੱਚ ਲੈਣ ਦੀ ਗੱਲ ਕਰਾਂਗੇ। ਮਹੰਤ ਨੂੰ ਜਦੋਂ ਇਸ ਗੱਲ ਦੇ ਬਾਰੇ ਪਤਾ ਲੱਗਾ ਵੀ ਪ੍ਰਬੰਧ ਇਹਨਾਂ ਨੇ ਆਪਣੇ ਹੱਥ ਦੇ ਵਿੱਚ ਲੈ ਲੈਣਾ ਹੈ, ਉਹ ਉੱਤੋਂ ਕਰਤਾਰ ਸਿੰਘ ਝੱਬਰ ਉਹਨਾਂ ਦੇ ਨਾਲ ਸਾਰਿਆਂ ਨੂੰ ਇਹੋ ਕਹਿੰਦਾ ਰਿਹਾ ਕਿ ਮੈਂ ਸੁਲਾਹ ਕਰਨ ਦੇ ਲਈ ਤਿਆਰ ਹਾਂ। ਪਰ ਅੰਦਰੋਂ ਉਹ ਇਹ ਤਿਆਰੀ ਕਰਦਾ ਪਿਆ ਸੀ ਕਿ ਜਿੱਦਣ ਇਹ ਸਾਰੇ ਇੱਥੇ ਆਉਣਗੇ, ਕਾਨਫਰੰਸ ਹੋ ਰਹੀ ਹੋਵੇਗੀ, ਜਿਹੜੇ ਇਹਨਾਂ ਦੇ ਮੋਢੀ ਹੋਣਗੇ, ਜਿਹੜੇ ਲੀਗ ਨੂੰ ਅੱਗੇ ਲੈ ਕੇ ਤੁਰਦੇ ਨੇ, ਲਹਿਰ ਨੂੰ ਅੱਗੇ ਲੈ ਕੇ ਤੁਰਦੇ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੱਕ ਥਾਂ ਦੇ ਉੱਤੇ ਬਿਠਾਇਆ ਵੇ ਕਿ ਮੀਟਿੰਗ ਕਰ ਰਹੇ ਆਵਾਂਗੇ। ਪਿੱਛੋਂ ਗੁੰਡੇ ਆਉਣਗੇ ਤੇ ਇਹਨਾਂ ਨੂੰ ਮਾਰ ਜਾਣਗੇ। ਅਸੀਂ ਕਵਾਂਗੇ ਵੀ ਬਸ ਗੁੰਡੇ ਆਏ ਸੀ, ਮਾਰ ਕੇ ਚਲੇ ਗਏ। ਉਹਦੀ ਅੰਦਰੋਂ ਪਲਾਨਿੰਗ ਇਹ ਸੀ ਵੀ 4, 5, 6 ਨੂੰ ਜਿਹੜੀ ਕਾਨਫਰੰਸ ਹੋਣੀ ਹੈ, ਜਿੰਨੀ ਵੀ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਹੈ, ਭਾਈ ਜੋਧ ਸਿੰਘ ਹੋਣੀ ਨੇ, ਕਰਤਾਰ ਸਿੰਘ ਝੱਬਰ ਹੋਣੀ ਨੇ, ਇਸ ਤੋਂ ਇਲਾਵਾ ਇਹ ਜਿੰਨੇ ਵੀ ਸਿੱਖ ਨੇ, ਇਹਨਾਂ ਨੂੰ ਉਹਨੇ ਸੋਚਿਆ ਸੀ ਵੀ ਇੱਕੋ ਦਿਨ ਜਦੋਂ ਕਰੀਮ ਹੀ ਖਤਮ ਹੋ ਗਈ ਤੇ ਆਪਣੇ ਆਪ ਹੀ ਪਿੱਛੋਂ ਜਿਹੜੇ ਸੀ ਉਹ ਕੀ ਬਦਲਾ ਲੈਣ ਵਾਲੇ ਆ ਜਾਣਗੇ। ਬਾਕੀਆਂ ਦੇ ਵਿੱਚੋਂ ਅਸਲ ਦੇ ਵਿੱਚ ਉਹਦਾ ਇਹ ਖਿਆਲ ਸੀ। ਜਿੱਦਣ ਇਸ ਗੱਲ ਦੇ ਬਾਰੇ ਪਤਾ ਸੀ ਸਰਦਾਰ ਕਰਤਾਰ ਸਿੰਘ ਝੱਬਰ ਹੋਣਾ ਨੂੰ ਲੱਗਾ, ਉਹਨਾਂ ਸੋਚਿਆ ਕਿ 4, 5, 6 ਤਰੀਕ ਨੂੰ ਕਿਤੇ ਜਿਹੜਾ ਹੈ ਉਹ ਨੁਕਸਾਨ ਕਰੇਗਾ ਮਹੰਤ, ਜ਼ਿਆਦਾ ਕੌਮ ਦਾ ਨੁਕਸਾਨ ਹੋਵੇਗਾ, ਅਸੀਂ ਉਸ ਤੋਂ ਪਹਿਲਾਂ ਹੀ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਈਏ। ਉਹਨਾਂ ਨੇ ਇਹ ਸੋਚਿਆ ਕਿਉਂਕਿ ਮਹੰਤ ਨੂੰ ਲਗਭਗ 4, 5, 6 ਫਰਵਰੀ ਦੇ ਵਿੱਚ ਵੀ ਬੁਲਾਇਆ ਸੀ, ਸੱਚਾ ਸੌਦਾ ਸਥਾਨ ਤੇ ਮੇਲਾ ਸੀ, ਉਦੋਂ ਵੀ ਨਹੀਂ ਆਇਆ। 14 ਤਰੀਕ ਨੂੰ ਉਹਦੇ ਨਾਲ ਮੀਟਿੰਗ ਸੀ, ਉਹਦੇ ਵਿੱਚ ਵੀ ਨਹੀਂ ਪਹੁੰਚਿਆ। ਤੇ ਉੱਥੇ ਫਿਰ ਉਹਨਾਂ ਨੂੰ, ਕਿਉਂਕਿ ਉਹਦੇ ਸੂਈਏ ਜਿਹੜੇ ਹੁੰਦੇ ਸੀ ਸਿੰਘਾਂ ਦੇ, ਅਵਤਾਰ ਸਿੰਘ ਹੋਣੀ, ਭਾਈ ਵਰਿਆਮ ਸਿੰਘ ਜੀ, ਉਹਦੇ ਤੋਂ ਪਤਾ ਲੱਗ ਗਿਆ ਸੀ ਵੀ ਅਸਲ ਦੇ ਵਿੱਚ ਗੁੰਡਿਆਂ ਨੂੰ ਇਹਨੇ ਪੈਸੇ ਦਿੱਤੇ ਨੇ ਤੇ ਬੰਦੇ ਮਰਵਾ ਦੇਣੇ ਨੇ। ਉੱਥੋਂ ਉਹਨਾਂ ਨੂੰ ਇਹ ਪਤਾ ਲੱਗਾ ਤੇ ਉਹਨਾਂ ਨੇ ਸੋਚਿਆ ਵੀ ਵੱਡੀ ਕਾਨਫਰੰਸ ਤੋਂ ਪਹਿਲਾਂ ਹੀ ਆਪਾਂ ਜਾ ਕੇ ਤੇ ਪ੍ਰਬੰਧ ਸੰਭਾਲ ਲਵਾਂਗੇ। ਇਸ ਕਰਕੇ ਇਹ ਦਿਨ ਫਾਈਨਲ ਹੋਇਆ ਸੀ
20 ਫਰਵਰੀ ਦਾ ਦਿਨ ਫਾਈਨਲ ਹੋਇਆ ਸੀ ਵੀ 19 ਰਾਤ ਨੂੰ ਇਹ ਜਥੇ ਤੁਰਨਗੇ ਤੇ 20 ਫਰਵਰੀ ਨੂੰ ਸਵੇਰੇ ਅਸੀਂ ਪ੍ਰਬੰਧ ਸੰਭਾਲ ਲਵਾਂਗੇ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ 19 ਤੇ 20 ਤਰੀਕ ਨੂੰ ਲਾਹੌਰ ਦੇ ਵਿੱਚ ਉਦਾਸੀ ਸੰਤਾਂ ਦੀ ਕਾਨਫਰੰਸ ਹੋਣੀ ਸੀ। ਜਿਹੜੇ ਉਦਾਸੀ ਮਹੰਤ ਸੀ ਉਹਨਾਂ ਨੇ ਕਾਨਫਰੰਸ ਰੱਖੀ ਹੋਈ ਸੀ। ਉਹਦਾ ਰੀਜ਼ਨ ਇਹ ਸੀ ਵੀ ਜਿੱਦਾਂ ਅੱਜ ਦੀ ਬੋਲੀ 'ਚ ਕਹਿ ਲਓ ਵੀ ਸ਼ਕਤੀ ਪ੍ਰਦਰਸ਼ਨ, ਵੀ ਉਹ ਇਹਨਾਂ ਦੇ ਨਾਲੋਂ ਪਹਿਲਾਂ ਕਰਕੇ ਮਹੰਤ ਇਹ ਪ੍ਰੂਵ ਕਰ ਦੇਣਾ ਚਾਹੁੰਦੇ ਸੀ ਵੀ ਸੰਗਤ ਵੀ ਸਾਡੇ ਨਾਲ ਹੈ, ਲੋਕ ਵੀ ਸਾਡੇ ਨਾਲ ਨੇ, ਤੇ ਆਹ ਜਿਹੜੇ ਗੁਰਦੁਆਰਿਆਂ ਦਾ ਨਵਾਂ ਪ੍ਰਬੰਧ ਸੰਭਾਲਦੇ ਫਿਰਦੇ ਨੇ ਇਹਨਾਂ ਨੂੰ ਅਸੀਂ ਕਾਨਫਰੰਸ ਨਹੀਂ ਕਰਨ ਦੇਵਾਂਗੇ। ਕਿਉਂਕਿ ਜੇ ਉਹ ਸਫਲ ਹੋ ਜਾਂਦੀ ਸੀ, ਹਾਲਾਂਕਿ ਅੰਗਰੇਜ਼ ਸਰਕਾਰ ਉਹਨਾਂ ਦੇ ਨਾਲ ਸੀ। ਦੂਜਾ ਪਾਸਾ, ਜਦੋਂ ਉਹਨਾਂ ਨੂੰ ਇਸ ਗੱਲ ਦੇ ਬਾਰੇ ਪਤਾ ਲੱਗਾ ਮਹੰਤ ਨੁਕਸਾਨ ਕਰੇਗਾ, ਉਹਨਾਂ ਨੇ ਇਹ ਸੋਚਿਆ ਵੀ 19 ਤੇ 20 ਤਰੀਕ ਨੂੰ ਮਹੰਤ ਨੇ ਲਾਹੌਰ ਦੇ ਵਿੱਚ ਹੋਣਾ ਹੈ, ਬਾਕੀ ਜਿਹੜੇ ਮਹੰਤ ਨੇ ਉਹ ਵੀ ਉਹਦੇ ਨਾਲ ਹੋਣਗੇ। ਇਹਦੇ ਤੋਂ ਪਿੱਛੇ ਅਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੇ ਆਪਣਾ ਪ੍ਰਬੰਧ ਸੰਭਾਲ ਲਵਾਂਗੇ। ਔਰ ਰਾਵੀ ਤੋਂ ਹੇਠਾਂ ਵਾਲਾ ਜਿਹੜਾ ਇਲਾਕਾ ਹੈ, ਅੰਮ੍ਰਿਤਸਰ ਦਾ ਇਲਾਕਾ ਹੈ, ਇਹਦੇ ਵਿੱਚ ਇਤਲਾਹ ਨਹੀਂ ਦਿੱਤੀ ਜਾਵੇਗੀ। ਅਸੀਂ ਉੱਪਰ ਦੇ ਸਿੱਖ, ਨਨਕਾਣਾ ਸਾਹਿਬ ਤੋਂ ਲਗਭਗ 15 ਕੁ ਮੀਲ ਦੀ ਦੂਰੀ ਦੇ ਉੱਤੇ ਪੈਂਦਾ ਹੈ ਗੁਰਦੁਆਰਾ ਸੱਚਾ ਸੌਦਾ। ਉਸ ਅਸਥਾਨ ਦੇ ਉੱਤੇ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਿਹੜਾ ਅਸਥਾਨ ਹੈ, ਜਾਂ ਲੈਲਪੁਰ ਦੇ ਜਿਹੜੇ ਸਿੰਘ ਸੀ, ਉਹਨਾਂ ਸੋਚਿਆ ਵੀ ਅਸੀਂ ਸਾਰੀ ਸੰਗਤ ਉੱਥੇ ਮਿਲ ਕੇ ਤੇ ਅਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਪ੍ਰਬੰਧ ਲੈ ਲਵਾਂਗੇ। ਸ਼੍ਰੋਮਣੀ ਕਮੇਟੀ ਨੂੰ ਉਸ ਦੀ ਖਬਰ ਨਹੀਂ ਦਿੱਤੀ ਜਾਵੇਗੀ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਖਬਰ, ਕਿਉਂਕਿ ਲਾਇਲਪੁਰ ਗਏ ਹੋਏ ਸੀ ਮਾਸਟਰ ਤਾਰਾ ਸਿੰਘ ਹੋਣੀ, ਤੇਜਾ ਸਿੰਘ ਸਮੁੰਦਰੀ ਹੋਣੀ, ਉਹਨਾਂ ਨੂੰ ਖਬਰ ਪਤਾ ਲੱਗ ਗਈ। ਉਹਨਾਂ ਨੇ ਕਰਤਾਰ ਸਿੰਘ ਝੱਬਰ ਹੋਣਾ ਨੂੰ ਰੋਕਿਆ ਵੀ ਤੁਸੀਂ ਨਾ ਜਾਓ, ਨੁਕਸਾਨ ਹੋ ਸਕਦਾ ਹੈ। ਅਸੀਂ ਸਾਰੇ ਜਾਣਿਆਂ ਨੇ ਜੋ ਸਾਂਝਾ ਫੈਸਲਾ ਲਿਆ ਹੈ, ਅਸੀਂ ਉਹਦੇ ਵਿੱਚ ਜਾ ਕੇ ਤੇ 4, 5, 6 ਨੂੰ ਹੀ ਜਿਹੜੀ ਕਾਨਫਰੰਸ ਹੋਣੀ ਆ ਉਹਦੇ ਵਿੱਚ ਹੀ ਜਾ ਕੇ ਤੇ ਕੁਝ ਹੱਲ ਕੱਢਾਂਗੇ। ਇਹਨਾਂ ਦੇ ਵੱਲੋਂ ਇਹ ਤਿਆਰੀ ਸੀ ਕਿ ਜਿਸ ਵੇਲੇ ਮਹੰਤ ਗਿਆ ਹੋਵੇਗਾ, ਅਸੀਂ ਪਿੱਛੋਂ ਜਥੇ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਜਦੋਂ ਪਹੁੰਚਾਂਗੇ ਪ੍ਰਬੰਧ ਸੰਭਾਲ ਕੇ ਤੇ ਪੰਥ ਨੂੰ ਬਾਅਦ ਦੇ ਵਿੱਚ ਜਾਣਕਾਰੀ ਦੇ ਦੇਵਾਂਗੇ ਵੀ। ਔਰ ਇਹਨਾਂ ਦੀ ਪਲਾਨਿੰਗ ਇਹ ਸੀ ਵੀ ਜਿਸ ਵੇਲੇ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣਾ ਹੈ ਜਥਿਆਂ ਨੇ, ਲਗਭਗ ਗੁਰਦੁਆਰਾ ਦੇ ਜਿਹੜਾ ਬਾਉਂਡਰੀ ਹੈ ਉਹਦੇ ਬਾਹਰ ਵੀ ਕੁਝ ਸਿੰਘ ਖਿਲਾਰਾਂਗੇ, ਕੁਝ ਅੰਦਰ ਖਿਲਾਰਾਂਗੇ। ਜਿਹੜੇ ਅੰਦਰ ਉਹਨੇ ਗੁੰਡੇ ਰੱਖੇ ਹੋਏ ਨੇ ਉਹਨਾਂ ਦੇ ਦਰਵਾਜ਼ੇ ਸਵੇਰ ਹੋਣ ਤੋਂ ਪਹਿਲਾਂ ਬਾਹਰੋਂ ਬੰਦ ਕਰ ਦਿੱਤੇ ਜਾਣਗੇ ਤਾਂ ਕਿ ਹਮਲਾ ਕਰਨ ਦੇ ਲਈ ਬਾਹਰ ਨਹੀਂ ਆਉਣਗੇ। ਪਰ ਜਦੋਂ ਇਸ ਗੱਲ ਦਾ ਪਤਾ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਲੱਗ ਗਿਆ ਤੇ ਉਹਨਾਂ ਨੇ ਲਗਭਗ ਇਹ ਰੋਕ ਦਿੱਤਾ ਇਹਨਾਂ ਨੂੰ। ਔਰ ਰੋਕਣ ਦਾ ਵੀ ਇਹ ਇਦਾਂ ਦਾ ਪਾਸਾ ਸੀ ਕਿ ਅੱਜ ਕੱਲ੍ਹ ਵਾਲਾ ਫੋਨ ਸਿਸਟਮ ਤੇ ਹੈ ਨਹੀਂ ਕਿ ਬੜਾ ਸੌਖਾ ਕੰਮ ਹੋ ਜਾਂਦਾ ਹੈ। ਹੋਇਆ ਸਿਰਫ ਇੰਨਾ ਕਿ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਤ ਤੇਜਾ ਸਿੰਘ ਹੋਣਾ ਨੇ, ਭਾਈ ਟਹਿਲ ਸਿੰਘ ਹੋਣਾ ਨੇ ਮਿਲ ਕੇ ਤੇ ਰੋਕ ਲਿਆ ਵੀ ਤੁਸੀਂ ਨਹੀਂ ਜਾਣਾ। ਸਰਦਾਰ ਕਰਤਾਰ ਸਿੰਘ ਝੱਬਰ ਕਹਿੰਦੇ ਸੀ ਵੀ ਮੈਂ ਤੇ ਚਲੋ ਰੁਕ ਜਾਣਾ, ਕਿਉਂਕਿ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਜਾਂਦੇ, ਜੇ ਤੁਸੀਂ ਪੰਥ ਦੇ ਦੇਣਦਾਰ ਹੋਵੋਗੇ। ਤੇ ਸਰਦਾਰ ਸਾਹਿਬ ਕਹਿੰਦੇ ਸੀ ਵੀ ਠੀਕ ਹੈ ਮੈਂ ਨਹੀਂ ਜਾਂਦਾ, ਪਰ ਜਿਹੜੇ ਬਾਕੀ ਸੱਦੇ ਹੋਏ ਨੇ ਜੇ ਉਹ ਪਹੁੰਚ ਗਏ ਤੇ ਫਿਰ ਕੀ ਕਰੋਗੇ ਜੇ ਉੱਥੇ ਕੁਝ ਹੋ ਗਿਆ ਤੇ। ਉਹ ਭਾਈ ਟਹਿਲ ਸਿੰਘ ਉੱਥੇ ਕਹਿੰਦੇ ਨੇ ਵੀ ਉਹਦੀ ਜ਼ਿੰਮੇਵਾਰੀ ਮੈਂ ਲੈਣਾ, ਵੀ ਜਿਹੜੇ ਬਾਕੀ ਜਥੇ ਨੇ ਉਹਨਾਂ ਨੂੰ ਮੈਂ ਰੋਕਾਂਗਾ ਵੀ ਉਹ ਨਹੀਂ ਨਨਕਾਣਾ ਸਾਹਿਬ ਪਹੁੰਚਣਗੇ। ਇਹ ਲਗਭਗ ਕਿਉਂਕਿ 20 ਦੀ ਰਾਤ ਨੂੰ ਤੁਰਨੇ ਸੀ, ਮਾਫ ਕਰਨਾ 19 ਦੀ ਰਾਤ ਨੂੰ ਇਹ ਜਥੇ ਤੁਰਨੇ ਸੀ ਤੇ 20 ਸਵੇਰ ਨੂੰ, ਜਿਹੜੀ ਅੱਜ ਸਵੇਰ ਨਿਕਲ ਚੁੱਕੀ ਹੈ, ਇਸ ਵੇਲੇ ਇਹਨਾਂ ਨੇ ਪਹੁੰਚਣਾ ਸੀ। ਸਰਦਾਰ ਕਰਤਾਰ ਸਿੰਘ ਝੱਬਰ ਉਹਨਾਂ ਨੂੰ ਨਹੀਂ ਤੁਰਨ ਦਿੱਤਾ ਗਿਆ। ਇਹਨਾਂ ਦੇ ਨਾਲ ਜਿਹੜੇ ਜਥੇ ਵਾਲੇ ਸਿੰਘ ਸੀ ਉਹ ਸਾਰੇ ਹੌਲੀ ਹੌਲੀ ਮੋੜ ਦਿੱਤੇ ਗਏ। ਇਹਨਾਂ ਨੇ ਕਿਹਾ ਵੀ 100 ਕੁ ਜਾਣਾ ਇੱਥੇ ਰਹੋ, ਕੱਲ੍ਹ ਨੂੰ ਲੋੜ ਪੈ ਸਕਦੀ ਹੈ। ਇਹਨਾਂ ਨੂੰ ਰੋਕ ਲਿਆ ਗਿਆ। ਲਗਭਗ ਉੱਥੋਂ 4 ਜਿਹੜੇ ਘੋੜ ਸਵਾਰ ਤਿਆਰ ਕਰਕੇ ਭੇਜੇ ਗਏ। ਇਹਨਾਂ ਨੂੰ 15 ਕੁ ਕਿਲੋਮੀਟਰ ਦੂਰ ਪੈਂਦਾ ਸੀ ਨਨਕਾਣਾ ਸਾਹਿਬ, ਤੇ ਜਿਹੜੇ ਅਸਥਾਨ ਦੇ ਉੱਤੇ ਇਹਨਾਂ ਸਾਰਿਆਂ ਇਕੱਠੇ ਹੋਣਾ ਸੀ, ਜਿੱਥੇ ਜਿੱਥੇ ਵੀ ਇਹਨਾਂ 4 ਜਾਣਿਆਂ ਨੂੰ ਜਥਾ ਮਿਲਿਆ, ਇਹਦੇ ਵਿੱਚ ਇੱਕ ਭਾਈ ਵਰਿਆਮ ਸਿੰਘ ਸੀ, ਭਾਈ ਟਹਿਲ ਸਿੰਘ ਹੋਣੀ ਸੀ, ਇਹ ਮਾਫ ਕਰਨਾ ਦਲੀਪ ਸਿੰਘ ਹੋਣੀ ਸੀ। ਇਹ ਜਿਹੜੇ ਮਿਲੇ ਸੀ ਇਹਨਾਂ ਸਾਰਿਆਂ ਨੇ ਜਿੰਨੇ ਕੁ ਜਥੇ ਮਿਲੇ ਇਹਨਾਂ ਨੇ ਮੋੜ ਦਿੱਤੇ। ਤੇ ਭਾਈ ਟਹਿਲ ਸਿੰਘ ਹੋਣਾ ਨੂੰ, ਮਾਫ ਕਰਨਾ ਭਾਈ ਦਲੀਪ ਸਿੰਘ ਹੋਣਾ ਨੂੰ ਜਿਹੜਾ ਹੈ ਉਹ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਮਿਲਿਆ ਹੀ ਨਹੀਂ। ਰਾਤ ਸਾਰੀ ਲੱਭਦਿਆਂ ਲੱਭਦਿਆਂ ਲਗਭਗ ਸਵੇਰ ਦਾ ਵੇਲਾ ਹੋ ਗਿਆ। 3, 3:30 ਦਾ ਸਮਾਂ ਲਗਾ ਲਓ ਵੀ ਇੱਥੇ ਕਿ ਜੇ ਸਮਾਂ ਹੋਵੇਗਾ। ਤੇ ਸਾਰੀ ਰਾਤ ਇਹ ਜਦੋਂ ਫਿਰਦੇ ਰਹੇ ਤੇ ਹੁਣ ਸਾਰੀ ਰਾਤ ਜਾਗ ਕੇ ਹਾਲਤ ਔਖੀ ਹੋ ਗਈ। ਸਰਦਾਰ ਉੱਤਮ ਸਿੰਘ ਦਾ ਕਾਰਖਾਨਾ ਸੀ, ਭਾਈ ਦਲੀਪ ਸਿੰਘ ਤੇ ਇਸ ਕਾਰਖਾਨੇ ਦੇ ਵਿੱਚ ਆ ਗਏ। ਤੇ ਇੱਥੇ ਇੱਕ ਹੋਰ ਭਾਈ ਵਰਿਆਮ ਸਿੰਘ ਸੀ ਜਿਹੜੇ ਖਬਰਾਂ ਭੇਜਦੇ ਹੁੰਦੇ ਸੀ। ਉਹਨਾਂ ਨੇ ਉਹ ਚਿੱਠੀ ਜਿਹੜੀ ਸੀ ਉਹ ਫੜਾ ਦਿੱਤੀ ਵਰਿਆਮ ਸਿੰਘ ਉਹਨਾਂ ਦੇ ਹੱਥ ਵੀ ਮੈਨੂੰ ਤੇ ਭਾਈ ਲਛਮਣ ਸਿੰਘ ਦਾ ਜਥਾ ਮਿਲਿਆ ਨਹੀਂ, ਜੇ ਤੁਹਾਨੂੰ ਮਿਲੇ ਤਾਂ ਤੁਸੀਂ ਉਹਨੂੰ ਮੋੜ ਦਿਓ ਵੀ ਅੱਗੇ ਨਹੀਂ ਜਾਣਾ, ਇਹ ਫੈਸਲਾ ਹੋ ਚੁੱਕਾ ਹੈ।
ਉਹ ਭਾਈ ਵਰਿਆਮ ਸਿੰਘ ਆਉਂਦੇ ਨੇ, ਇਹਨਾਂ ਨੂੰ ਜਥਾ ਮਿਲ ਜਾਂਦਾ ਹੈ। ਇਹ ਚਿੱਠੀ ਦਿਖਾਉਂਦੇ ਨੇ। ਭਾਈ ਲਛਮਣ ਸਿੰਘ ਜਿਹੜੇ ਨੇ ਉਹ ਇਸ ਗੱਲ ਨੂੰ ਕਹਿੰਦੇ ਨੇ ਵੀ ਸਾਨੂੰ ਇਸ ਗੱਲ ਦੇ ਬਾਰੇ ਬੋਲ ਦਿੱਤਾ ਗਿਆ ਵੀ ਅੱਗੇ ਨਹੀਂ ਜਾਣਾ। ਇਹਨਾਂ ਦੇ ਵਿੱਚ ਸੀ ਭਾਈ ਟਹਿਲ ਸਿੰਘ। ਜਿਹੜੀ ਮੈਂ ਬੇਨਤੀ ਆਪ ਜੀ ਦੇ ਅੱਗੇ ਪਹਿਲਾਂ ਕੀਤੀ ਹੈ ਵੀ ਜਿਸ ਵੇਲੇ ਪੰਜਾ ਸਾਹਿਬ ਤੋਂ ਇੱਕ ਸਿੱਖ ਆਇਆ ਸੀ ਤੇ ਨਨਕਾਣਾ ਸਾਹਿਬ ਦੇ ਅੰਦਰ ਉਹਦੀ ਕਿਰਪਾਨ ਉਤਾਰ ਦਿੱਤੀ ਗਈ ਸੀ, ਉਹਦੇ ਪੈਸੇ ਖੋਲੇ ਗਏ ਸੀ, ਉਸ ਵੇਲੇ ਜਦੋਂ ਉਹ ਆਪਣੀ ਹੱਡਬੀਤੀ ਸੁਣਾ ਰਿਹਾ ਸੀ ਸਰਦਾਰ ਕਰਤਾਰ ਸਿੰਘ ਝੱਬਰ ਹੋਣਾ ਨੇ, ਇੱਥੇ ਬੈਠਾ ਸੀ ਇਹ ਭਾਈ ਟਹਿਲ ਸਿੰਘ ਉਸ ਵੇਲੇ, ਤੇ ਉਹ ਕਹਿੰਦਾ ਸੀ ਵੀ ਪੰਥ ਮੈਨੂੰ ਹੁਕਮ ਦੇਵੇ, ਮੈਂ ਜਾ ਕੇ ਤੇ ਨਰੈਣ ਦਾਸ ਦਾ ਜਿਹੜਾ ਹੈ ਉਹਦਾ ਸਿਰ ਵੱਢਾਂਗਾ, ਤੇ ਫਿਰ ਜਿਹੜਾ ਹੈ ਉਹ ਪ੍ਰਬੰਧ ਜਦੋਂ ਉਹ ਖਤਮ ਹੋ ਜਾਵੇਗਾ ਜਾਂ ਮੈਂ ਸ਼ਹੀਦ ਹੋ ਜਾਵਾਂਗਾ, ਪੰਥ ਜਾ ਕੇ ਤੇ ਉੱਥੇ ਪ੍ਰਬੰਧ ਸੰਭਾਲ ਲਵੇ। ਉਹਦੀ ਇਹ ਕੋਸ਼ਿਸ਼ ਸੀ ਉਹ ਇਸ ਵੇਲੇ। ਪਰ ਸਰਦਾਰ ਕਰਤਾਰ ਸਿੰਘ ਝੱਬਰ ਹੋਣਾ ਨੇ ਰੋਕ ਲਿਆ ਉਹਨੂੰ ਵੀ ਨਹੀਂ, ਤੇਰੀ ਅਜੇ ਲੋੜ ਹੈ ਸਾਨੂੰ, ਅਸੀਂ ਬਾਅਦ ਦੇ ਵਿੱਚ ਇਹਦੇ ਉੱਤੇ ਕੁਝ ਅਮਲ ਕਰਾਂਗੇ। ਉਹ ਸਰਦਾਰ ਦਲੀਪ ਸਿੰਘ ਹੋਣੀ ਜਿਹੜੇ ਨੇ, ਇਹਦੇ ਤੋਂ ਇਲਾਵਾ ਭਾਈ ਟਹਿਲ ਸਿੰਘ ਹੋਣੀ, ਭਾਈ ਲਛਮਣ ਸਿੰਘ ਹੋਣੀ, ਸਰਦਾਰ ਇਹਨਾਂ ਨੂੰ ਵਰਿਆਮ ਸਿੰਘ ਹੋਣਾ ਨੂੰ ਇਹ ਸੁਣਾ ਦਿੱਤਾ। ਵਰਿਆਮ ਸਿੰਘ ਹੋਣਾ ਨੇ ਇਹਨਾਂ ਦੇ ਨਾਲ ਗੱਲ ਕੀਤੀ। ਭਾਈ ਟਹਿਲ ਸਿੰਘ ਕਹਿੰਦੇ ਵੀ ਆਪਾਂ ਤੇ ਘਰ ਦੇ ਵਿੱਚੋਂ ਇਹੀ ਅਰਦਾਸ ਕਰਕੇ ਆਏ ਸੀ ਵੀ ਜੋ ਨਰੈਣੂ ਮਹੰਤ ਪਾਪ ਕਰਦਾ ਪਿਆ ਹੈ ਉਹਨੂੰ ਆਪਣੇ ਖੂਨ ਦੇ ਨਾਲ ਧੋਣਾ ਹੈ। ਅਰਦਾਸ ਕੀਤੀ ਹੈ ਤੇ ਇਹ ਅਰਦਾਸ ਅਸੀਂ ਖਾਲੀ ਨਹੀਂ ਜਾਣ ਦੇਣੀ, ਅਸੀਂ ਤਾਂ ਨਨਕਾਣਾ ਸਾਹਿਬ ਪਹੁੰਚਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ। ਸਰਦਾਰ ਟਹਿਲ ਸਿੰਘ ਇਕੱਲੇ ਹੋ ਕੇ ਤੁਰਨ ਲੱਗ ਪਏ, ਪਿੱਛੇ ਭਾਈ ਲਛਮਣ ਸਿੰਘ ਹੋਣੀ ਤੁਰਨ ਲੱਗ ਪਏ। ਇੱਧਰੋਂ ਭਾਈ ਵਰਿਆਮ ਸਿੰਘ, ਕਿਉਂਕਿ ਉਹਨਾਂ ਦਾ ਕੰਮ ਇਹ ਸੀ ਵੀ ਮਨਾ ਕੇ ਆਉਣਾ ਹੈ, ਉਹਨਾਂ ਨੇ ਅਜੇ ਬਸ ਇੰਨਾ ਕੀ ਕੀਤਾ ਕਿ ਉਹ ਵਾਪਸ ਫਿਰ ਉਸ ਕਾਰਖਾਨੇ ਦੇ ਵਿੱਚ ਆ ਗਏ। ਭਾਈ ਉੱਤਮ ਸਿੰਘ ਦੇ ਕਾਰਖਾਨੇ ਦੇ ਵਿੱਚ ਰਹਿੰਦੇ ਸੀ, ਉੱਥੇ ਆ ਗਏ। ਇੱਧਰੋਂ ਜਥਾ ਜਿਹੜਾ ਹੈ ਇਹ ਅੱਗੇ ਤੁਰ ਪੈਂਦਾ, ਤੇ ਤੁਰਨ ਤੋਂ ਪਹਿਲਾਂ ਜਿਹੜਾ ਹੈ ਜਦੋਂ ਇਹ ਗੁਰਦੁਆਰਾ ਸਾਹਿਬ ਪਹੁੰਚਣਾ ਹੁੰਦਾ ਤੇ ਇਹਨਾਂ ਦੇ ਜਥੇ ਦੇ ਵਿੱਚ ਲਛਮਣ ਸਿੰਘ ਧਾਰੋਵਾਲੀ ਹੋਣਾ ਦੀ ਸਿੰਘਣੀ ਵੀ ਸੀ, ਬੀਬੀ ਇੰਦਰ ਕੌਰ ਉਹਦਾ ਨਾਮ ਹੈ। ਤੇ ਭਾਈ ਟਹਿਲ ਸਿੰਘ ਹੋਣਾ ਨੇ ਕਹਿੰਦੇ ਨੇ ਕਿ ਉਹਨੂੰ ਆਪਣੀ ਜੇਬ ਦੇ ਵਿੱਚੋਂ 18 ਰੁਪਏ ਉਸ ਵੇਲੇ ਕੱਢ ਕੇ ਦਿੱਤੇ ਵੀ ਜੇ ਅਸੀਂ ਇਸ ਥਾਂ ਦੇ ਉੱਤੇ ਜਾਂਦੇ ਅੱਗੇ ਸ਼ਹੀਦ ਵੀ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮਹੰਤ ਵੀ ਪੂਰੀ ਤਿਆਰੀ ਕਰਕੇ ਰੱਖਦਾ ਪਿਆ ਹੈ, ਤੇ ਜੇ ਅਸੀਂ ਉੱਥੇ ਸ਼ਹੀਦ ਹੋ ਜਾਂਦੇ ਹਾਂ ਤੇ ਫਿਰ ਤੁਸੀਂ ਸਾਡੀ ਯਾਦ ਦੇ ਵਿੱਚ ਇੱਕ ਸਹਿਜ ਪਾਠ ਜਿਹੜਾ ਹੈ ਉਹ ਕਰਵਾ ਦਿਓ, ਇਹ ਮਾਇਆ ਉੱਥੇ ਖਰਚ ਲਈ ਜਾਵੇ। ਜਿਹੜਾ ਮੁੱਖ ਜਥਾ ਸੀ ਉਹਦੇ ਮੈਂਬਰ ਤੇ ਅੰਦਰ ਚਲੇ ਜਾਂਦੇ ਨੇ, ਇਹਨਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ, ਕੁਝ ਹੋਰ ਜਿਹੜੇ ਨੇ ਇਹਨਾਂ ਦੇ ਨਾਲ ਉਹ ਗੁਰਦੁਆਰਾ ਤੰਬੂ ਸਾਹਿਬ ਦੇ ਵੱਲ ਭੇਜ ਦਿੱਤੇ ਜਾਂਦੇ ਨੇ। ਇਹ ਜਥਾ ਲਗਭਗ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ, ਜਿਹੜਾ ਅੱਜ ਦਾ ਦਿਨ ਹੈ, ਦਿਨ ਚੜ੍ਹਨ ਤੋਂ ਪਹਿਲਾਂ ਹੀ ਇਹ ਜਥਾ ਅੰਦਰ ਚਲਾ ਜਾਂਦਾ ਹੈ, ਮੱਥਾ ਟੇਕ ਕੇ ਤੇ ਬੈਠ ਜਾਂਦਾ ਹੈ। ਅਸਲ ਦੇ ਵਿੱਚ ਮਹੰਤ ਨੇ ਜਾਣਾ ਸੀ ਕਾਨਫਰੰਸ ਦੇ ਉੱਤੇ, ਪਰ ਮਹੰਤ ਨੂੰ ਜਦੋਂ ਪਤਾ ਲੱਗ ਗਿਆ, ਕਿਉਂਕਿ ਉਹਨੂੰ ਵੀ ਖਬਰਾਂ ਮਿਲ ਗਈਆਂ ਸੀ ਵੀ 19 ਤੇ 20 ਤਰੀਕ ਨੂੰ ਅਕਾਲੀਆਂ ਨੇ ਕਬਜ਼ਾ ਕਰਨ ਆ ਜਾਣਾ, ਉਹ ਟ੍ਰੇਨ ਦੇ ਵਿੱਚ ਸ਼ਾਮ ਦੇ ਵੇਲੇ ਉਹਨੇ 19 ਤਰੀਕ ਸ਼ਾਮ ਨੂੰ ਜਿਹੜਾ ਹੈ ਉਹ ਲਾਹੌਰ ਬੈਠ ਕੇ ਜਾਣਾ ਸੀ। ਜਦੋਂ ਉਹਨੇ ਵੇਖਿਆ ਵੀ 19 ਤਰੀਕ ਨੂੰ ਜਥਾ ਕੋਈ ਪਹੁੰਚਾ ਨਹੀਂ, ਕਿਉਂਕਿ ਇਹਨਾਂ ਦੇ ਤੇ ਰਾਤ ਜਾਣ ਦੀ ਪਲਾਨਿੰਗ ਸੀ, ਜਥਾ ਕੋਈ ਪਹੁੰਚਾ ਨਹੀਂ, ਇਹ ਲਾਹੌਰ ਜਾਣ ਦੇ ਲਈ ਤਿਆਰ ਹੋ ਗਿਆ। ਇਹ ਅਜੇ ਬੈਠਾ ਸੀ ਰੇਲ ਦੇ ਵਿੱਚ ਜਾਣ ਦੇ ਲਈ, ਟ੍ਰੇਨ ਦੇ ਵਿੱਚ, ਤੇ ਇੱਕ ਬੀਬੀ ਨਨਕਾਣਾ ਸਾਹਿਬ ਸਟੇਸ਼ਨ ਤੋਂ ਉਤਰੀ, ਤੇ ਉਹ ਜਦੋਂ ਉਹਨੇ ਮਹੰਤ ਨੂੰ ਜਾਣਦੀ ਸੀ, ਉਹਨੇ ਮਹੰਤ ਨੂੰ ਆਖ ਦਿੱਤਾ ਵੀ ਤੂੰ ਕਿੱਧਰ ਜਾ ਰਿਹਾ ਹੈ, ਅਕਾਲੀ ਤੇ ਕਬਜ਼ਾ ਕਰਨ ਦੇ ਲਈ ਆ ਚੱਲੇ ਨੇ ਨਨਕਾਣਾ ਸਾਹਿਬ ਦੇ ਉੱਤੇ। ਉਦੋਂ ਤੁਰ ਪਈ ਸੀ ਗੱਡੀ, ਚਲਦੀ ਗੱਡੀ ਦੇ ਵਿੱਚੋਂ ਇਹਨੇ ਛਾਲ ਮਾਰੀ ਤੇ ਵਾਪਸ ਆ ਗਿਆ। ਰਾਤ ਇਹਨੇ ਤਕੜਾਈ ਕਰ ਲਈ ਚੰਗੀ ਤਰ੍ਹਾਂ, ਤੇ ਨਾਲ ਇਹਨੇ ਬੰਦੇ ਵੀ ਲਾ ਦਿੱਤੇ ਵੀ ਜੇ ਕੋਈ ਜਥਾ ਆਉਂਦਾ ਹੈ ਤੇ ਉਹਦੇ ਬਾਰੇ ਇਤਲਾਹ ਦਿੱਤੀ ਜਾਵੇ। ਪਰ ਹੈਰਾਨੀ ਇਸ ਗੱਲ ਦੀ ਹੈ ਵੀ ਜਿਹੜੇ ਪੈਸੇ ਵਾਲੇ ਸੀ ਉਹਨਾਂ ਦੇ ਵਿੱਚੋਂ ਕਿਸੇ ਨੇ ਇਤਲਾਹ ਨਹੀਂ ਦਿੱਤੀ। ਇਹ ਜਾ ਕੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਗਏ। ਭਾਈ ਟਹਿਲ ਸਿੰਘ ਬਾਹਰ ਰਾਖੀ ਕਰਦੇ ਪਏ ਸੀ, ਭਾਈ ਲਛਮਣ ਸਿੰਘ ਜੀ ਤਾਬਿਆ ਬੈਠ ਗਏ ਜਾ ਕੇ। ਤੇ ਇਸ ਤੋਂ ਇਲਾਵਾ ਗੁਰਦੁਆਰੇ ਦੇ ਦਰਵਾਜ਼ੇ ਉਹਨਾਂ ਨੇ ਅੰਦਰ ਤੋਂ ਜਿਹੜਾ ਸੀ ਉਹ ਬੰਦ ਕਰ ਲਏ। ਉਹਨੇ ਪਹਿਲਾਂ ਹੀ ਇਸ ਤਰੀਕੇ ਦੀ ਤਿਆਰੀ ਕੀਤੀ ਹੋਈ ਸੀ ਵੀ ਜੇਕਰ ਇਹਨਾਂ ਨੂੰ ਮਾਰਨਾ ਵੀ ਪਵੇ ਤੇ ਗੋਲੀਆਂ ਦੇ ਲਈ ਲੱਕੜ ਨਾ ਤੋੜਨੀ ਪਵੇ, ਪਹਿਲਾਂ ਹੀ ਇਸ ਤਰੀਕੇ ਦੀ ਤਿਆਰੀ ਦੇ ਵਿੱਚ ਸੀ। ਗੁੰਡੇ ਤੋਂ ਉਹਨੇ ਪਹਿਲਾਂ ਹੀ ਉੱਥੇ ਭਰਤੀ ਕੀਤੇ ਸੀ। ਜਦੋਂ ਅੰਦਰ ਜਾ ਕੇ ਜੈਕਾਰੇ ਲੱਗਣੇ ਸ਼ੁਰੂ ਹੋ ਗਏ, ਦੀਵਾਨ ਸ਼ੁਰੂ ਹੋ ਗਿਆ, ਤੇ ਮਹੰਤ ਨੂੰ ਪਹਿਲਾਂ ਯਕੀਨ ਹੀ ਨਹੀਂ ਹੋਇਆ, ਕਿਉਂਕਿ ਉਹ ਡਰ ਗਿਆ ਸੀ ਵੀ ਸ਼ਾਇਦ ਕਬਜ਼ਾ ਹੋ ਗਿਆ। ਉਹਨੂੰ ਪਹਿਲਾਂ ਸੀ, ਕਿਉਂਕਿ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਦਾਂ ਹੀ ਹੋ ਜਾਂਦਾ ਸੀ, ਉਹਨੂੰ ਡਰ ਸੀ ਵੀ ਕਬਜ਼ਾ ਹੋ ਗਿਆ। ਉਹਨੂੰ ਬਾਅਦ ਦੇ ਵਿੱਚ ਯਕੀਨ ਦਿਵਾਇਆ ਵੀ ਨਹੀਂ ਨਹੀਂ, ਇਹ ਕਰਤਾਰ ਸਿੰਘ ਝੱਬਰ ਹੋਣਾ ਦਾ ਜਥਾ ਨਹੀਂ ਹੈ, ਇਹ ਵਿਰਕਾਂ ਦਾ ਜਥਾ ਨਹੀਂ ਹੈ, ਇਹ ਜਿਹੜਾ ਹੈ ਅਸਲ ਦੇ ਵਿੱਚ ਇਹ ਕੋਈ ਹੋਰ ਸਿੰਘ ਨੇ। ਉਹਨਾਂ ਨੂੰ ਬਹੁਤੀ ਇਨਫੋਰਮੇਸ਼ਨ ਉਹਨਾਂ ਦੇ ਬਾਰੇ ਵੀ ਨਹੀਂ ਸੀ, ਇਹ ਬਹੁਤੀ ਗਿਣਤੀ ਦੇ ਵਿੱਚ ਵੀ ਨਹੀਂ ਆਏ। ਜਦੋਂ ਉਹਨੂੰ ਪਤਾ ਲੱਗਾ ਉਹਨੇ ਫਿਰ ਕਹਿਤਾ ਵੀ ਮਾਰ ਦਿਓ ਸਾਰੇ। ਬਸ ਫਿਰ ਉਸ ਪਾਸੇ ਤੋਂ ਜਿਹੜੀ ਹੈ ਇਹ ਲਗਭਗ
ਆਸਾ ਦੀ ਵਾਰ ਤੋਂ ਅਜੇ ਦਿਨ ਵੀ ਪੂਰਾ ਚੰਗੀ ਤਰ੍ਹਾਂ ਨਹੀਂ ਚੜਿਆ। ਵੈਸੇ ਵੀ ਸਰਦੀ ਦੇ ਦਿਨ ਸੀ, ਕਿਉਂਕਿ ਫਰਵਰੀ ਦੇ ਦਿਨ ਚੱਲਦੇ ਪਏ ਸੀ। ਦਿਨ ਨਹੀਂ ਸੀ ਚੰਗੀ ਤਰ੍ਹਾਂ ਚੜਿਆ। ਦਿਨ ਚੜ੍ਹਨ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਖਤਮ ਕਰਨੇ, ਮਾਰਨੇ ਸ਼ੁਰੂ ਕਰ ਦਿੱਤੇ। ਜਿਹੜੇ ਬਾਹਰ ਦੇ ਸਿੰਘ ਸੀ, ਕਿਉਂਕਿ ਉਹ ਕਮਰਾ ਸੀ ਛੋਟਾ ਜਿੱਥੇ ਪ੍ਰਕਾਸ਼ ਸਥਾਨ ਸੀ ਮਹਾਰਾਜ ਜੀ ਦਾ, ਉਹਦੇ ਬਾਹਰ ਜਿਹੜੇ ਸਿੰਘ ਬੈਠੇ ਹੋਏ ਸੀ, ਸਿੱਖ ਬੈਠੇ ਹੋਏ ਸੀ, ਉਹਨਾਂ ਦੇ ਉੱਤੇ ਤੇ ਜਦੋਂ ਗੋਲੀਆਂ ਚਲਾਈਆਂ ਤੇ ਉਹ ਬਾਹਰ ਦੇ ਸਿੱਖ ਜਿਹੜੇ ਸੀ ਉਹਨਾਂ ਗੋਲੀਆਂ ਦੇ ਨਾਲ ਚੜ੍ਹਾਈ ਕਰ ਗਏ। ਔਰ ਈਵਨ ਕਿ ਜਿਸ ਤਰ੍ਹਾਂ ਅਸੀਂ ਆਉਣ ਤੋਂ ਪਹਿਲਾਂ ਪੈਰ ਸਾਫ਼ ਕਰਦੇ ਹਾਂ ਤੇ ਜਿਹੜਾ ਚੁਬੱਚਾ ਬਣਿਆ ਹੁੰਦਾ ਹੈ, ਇੰਨਾ ਜ਼ਿਆਦਾ ਉਸ ਵੇਲੇ ਖੂਨ ਡੁੱਲਿਆ ਸੀ। ਇਹ 2-3 ਹਵਾਲੇ ਨੇ ਵੀ ਉਹ ਜਿਹੜਾ ਚੁਬੱਚਾ ਸੀ ਉਹ ਸਾਰਾ ਉਹਨਾਂ ਦੇ ਖੂਨ ਦੇ ਨਾਲ ਭਰ ਗਿਆ ਸੀ। ਔਰ ਸਿਰਫ ਇੰਨੀ ਕੁ ਖੇਡ ਨਹੀਂ ਹੈ, ਇਹਨੂੰ ਸੁਣਾ ਦੇਣਾ ਬੜਾ ਸੌਖਾ ਜਿਹਾ ਹੈ। ਮੈਂ ਤੇ ਬੇਨਤੀ ਕਰਦਾ ਹੁੰਨਾ ਕਿ ਜਿਸ ਵੇਲੇ ਅਸਲ ਦੇ ਵਿੱਚ ਮਹੰਤ ਆਪਣੇ ਗੁੰਡਿਆਂ ਦੇ ਨਾਲ ਮਾਰਦਾ ਪਿਆ ਸੀ ਇਹਨਾਂ ਨੂੰ, ਜਦੋਂ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਨੇ ਜਿੱਥੇ ਬਾਕੀ ਸੰਗਤ ਬੈਠੀ ਸੀ, ਕੁਹਾੜਿਆਂ ਦੇ ਨਾਲ ਜਿਸ ਵੀ ਤਰੀਕੇ ਦੇ ਨਾਲ ਜੋ ਵੀ ਉਹਦੇ ਹੱਥ ਦੇ ਵਿੱਚ ਉਸ ਵੇਲੇ ਸ਼ਸਤਰ ਆਇਆ ਹੈ, ਉਹਨੇ ਉਹਨਾਂ ਦੇ ਨਾਲ ਸਿੱਖਾਂ ਨੂੰ ਮਾਰਿਆ ਹੈ। ਔਰ ਇਹ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਵੀ ਜਿਹੜੇ ਸਿੰਘ ਨੇ ਉਹਨਾਂ ਦੇ ਵਿੱਚੋਂ ਲਗਭਗ ਸਾਰੇ ਮਾਰ ਦਿੱਤੇ ਜਾਂਦੇ ਨੇ, ਤੇ ਮਹੰਤ ਉਸ ਵੇਲੇ ਸ਼ਹਿਰ ਦੇ ਵਿੱਚੋਂ ਮਿੱਟੀ ਦਾ ਤੇਲ ਮੰਗਵਾਉਂਦਾ ਹੈ ਗੱਡਿਆਂ ਦੇ ਉੱਤੇ ਵੀ ਇਹਨਾਂ ਨੂੰ ਇੱਥੇ ਹੀ ਸਾੜ ਦਿੱਤਾ ਜਾਵੇ ਤਾਂ ਕਿ ਜਿਹੜੇ ਸਬੂਤ ਨੇ ਉਹ ਵੀ ਖਤਮ ਨਾਲੋਂ ਨਾਲ ਹੀ ਕਰ ਦਿੱਤੇ ਜਾਣ। ਭਾਈ ਲਛਮਣ ਸਿੰਘ ਬੈਠੇ ਹੋਏ ਸੀ ਤਾਬਿਆ ਤੇ ਗੋਲੀ ਚੱਲੀ ਸੀ ਲਗਭਗ। ਪ੍ਰੋਫੈਸਰ ਸਾਹਿਬ ਸਿੰਘ ਤੇ ਇਸ ਗੱਲ ਨੂੰ ਕਹਿੰਦੇ ਨੇ ਵੀ 5 ਤੋਂ 7 ਗੋਲੀਆਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਲੱਗੀਆਂ ਸੀ। ਤੇ ਇਸ ਤਾਬਿਆ ਬੈਠਾ ਹੀ ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਸੀ ਉਹ ਬੇਹੋਸ਼ ਹੋ ਗਏ ਸੀ, ਗੋਲੀ ਉਹਨਾਂ ਦੇ ਵੀ ਲੱਗੀ। ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਸਾਰਿਆਂ ਨੂੰ ਮਹੰਤ ਨੇ, ਕਿਉਂਕਿ ਇਹ ਸਾਰਾ ਕੁਝ ਹੋ ਗਿਆ, ਉਧਰੋਂ ਸਰਕਾਰ ਨੂੰ ਵੀ ਖਬਰ ਪਹੁੰਚ ਚੁੱਕੀ ਸੀ, ਹਾਲਾਂਕਿ ਅਫਸਰ ਉਸ ਵੇਲੇ ਪਹੁੰਚਾ ਵੀ ਸੀ, ਪਰ ਉਹਦੇ ਕੋਲ ਕਿਉਂਕਿ ਉਸ ਵੇਲੇ ਸੈਨਾ ਜ਼ਿਆਦਾ ਨਹੀਂ ਸੀ, ਫੋਰਸ ਜ਼ਿਆਦਾ ਨਹੀਂ ਸੀ, ਉਹਨੇ ਥਾਣੇਦਾਰ ਨੂੰ ਕਹਿਤਾ ਵੀ ਲਾਸ਼ਾਂ ਸਾੜੀਆਂ ਨਾ ਜਾਣ, ਤੁਸੀਂ ਧਿਆਨ ਰੱਖਣਾ ਹੈ। ਮਹੰਤ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇੱਕ ਥਾਂ ਤੇ ਢੇਰ ਲਾ ਕੇ, ਲੱਕੜਾਂ ਸੁੱਟ ਕੇ, ਮਿੱਟੀ ਦਾ ਤੇਲ ਪਾ ਕੇ, ਤੇ ਇਹ ਜਿਹੜੇ ਸੀ ਇਹ ਜਿੰਨੇ ਵੀ ਸੀ, ਜਿਵੇਂ ਦਾ ਵੀ ਹੋਇਆ ਸੀ, ਅੱਧੇ ਸੜੇ ਜਿੱਦਾਂ ਦੇ ਵੀ ਹੋਏ, ਇਹਨਾਂ ਨੂੰ ਅੱਗ ਲਗਾ ਕੇ ਤੇ ਆਪਣੇ ਵੱਲੋਂ ਸਾੜਨ ਦੀ, ਸੰਸਕਾਰ ਕਰਨ ਦੀ ਕੋਸ਼ਿਸ਼ ਕਰ ਦਿੱਤੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲਬਾਤ ਰਹਿ ਨਾ ਜਾਵੇ ਪਿੱਛੇ ਕੁਝ ਨਜ਼ਰ ਆਉਣ ਵਾਲੀ। ਦੂਜਾ ਪਾਸਾ ਜਿਹੜੇ ਖਾਸ ਕਰਕੇ ਭਾਈ ਦਲੀਪ ਸਿੰਘ ਸੀ, ਜਿਨ੍ਹਾਂ ਨੇ ਪਿੱਛੇ ਜ਼ੁਬਾਨ ਦਿੱਤੀ ਹੋਈ ਸੀ ਕਰਤਾਰ ਸਿੰਘ ਝੱਬਰ ਨੂੰ ਵੀ ਉਸ ਜਥੇ ਨੂੰ ਮੈਂ ਰੋਕਾਂਗਾ, ਜਦੋਂ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਹੰਤ ਨੇ ਇਹ ਕਾਰਾ ਕਰ ਦਿੱਤਾ ਹੈ। ਉਸੇ ਵੇਲੇ ਭਾਈ ਵਰਿਆਮ ਸਿੰਘ ਦੇ ਨਾਲ ਭਾਈ ਦਲੀਪ ਸਿੰਘ ਉੱਠਦੇ ਨੇ ਤੇ ਇਹ ਨਨਕਾਣਾ ਸਾਹਿਬ ਦੇ ਵਿੱਚ ਆ ਕੇ ਮਹੰਤ ਨੂੰ ਕਹਿੰਦੇ ਨੇ ਵੀ ਕੀ ਕਾਰਾ ਕਰ ਦਿੱਤਾ ਜੀ। ਤਾਂ ਅੱਗੋਂ ਮਹੰਤ ਕਹਿੰਦਾ ਵੀ ਤੂੰ ਵੀ ਕਾਲੀ ਬਣ ਗਿਆ, ਕਿਉਂਕਿ ਜਾਣਦੇ ਸੀ ਵੈਸੇ ਪਹਿਲਾਂ ਇੱਕ ਦੂਜੇ ਨੂੰ, ਵੀ ਤੂੰ ਵੀ ਕਾਲੀ ਬਣ ਗਿਆ। ਉਹ ਕਹਿੰਦਾ ਹਾਂ ਮੈਂ ਕਾਲੀ ਬਣ ਗਿਆ। ਉਹਨੇ ਫਿਰ ਮਹੰਤ ਕਹਿੰਦਾ ਵੀ ਲੈ ਤੇਰੀ ਵੀ ਵਾਰੀ ਆਈ, ਲੈ। ਉਹਨੇ ਆਪਣਾ ਜਿਹੜਾ ਪਿਸਤੌਲ ਕੱਢ ਕੇ ਤੇ ਉਸ ਵੇਲੇ ਭਾਈ ਦਲੀਪ ਸਿੰਘ ਦੇ ਉੱਤੇ ਵੀ ਉਹਨਾਂ ਨੂੰ ਵੀ ਮਾਰ ਦਿੱਤਾ। ਔਰ ਇਦਾਂ ਕੀਤਾ ਕਿ ਉਹ ਉਸ ਵੇਲੇ ਇੱਕ ਤੇ ਉਹ ਅਸਥਾਨ ਹੈ ਜਿਹੜੇ ਅਸਥਾਨ ਦੇ ਉੱਤੇ ਲਗਭਗ ਗੁਰਦੁਆਰਾ ਸਾਹਿਬ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਬਾਹਰ ਥੋੜ੍ਹਾ ਜਿਹਾ ਅਸਥਾਨ ਜਿੱਥੇ ਸਿੰਘਾਂ ਦੇ ਸਰੀਰਾਂ ਦੇ ਢੇਰ ਲੱਗੇ ਸੀ। ਇਸ ਤੋਂ ਇਲਾਵਾ ਬਾਹਰ ਜਿਹੜੀਆਂ ਭੱਠੀਆਂ ਸੀ ਘੁਮਿਆਰਾਂ ਦੀਆਂ, ਉਹਨਾਂ ਦੇ ਵਿੱਚ ਵੀ ਜਿਹੜੀਆਂ ਨੇ ਉਹ ਤੇਲ ਪਾ ਕੇ, ਲੱਕੜਾਂ ਪਾ ਕੇ ਤੇ ਬੰਦਿਆਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਵੀ ਇੱਥੋਂ ਵੀ ਕੋਈ ਸਬੂਤ ਨਾ ਲੱਭ ਜਾਵੇ। ਔਰ ਇਹ ਜਦੋਂ ਇਹ ਸਾਰਾ ਘਟਨਾ ਵਾਪਰਦੀ ਪਈ ਹੈ, ਅੰਗਰੇਜ਼ ਅਫਸਰ ਇੱਕ ਵਾਰ ਹੋ ਕੇ ਚਲਾ ਗਿਆ ਹੈ ਤੇ ਇੱਧਰ ਦੂਜੇ ਪਾਸੇ ਕਿਉਂਕਿ ਇਹ ਦਿਨ ਅਗਲਾ ਆ ਗਿਆ ਸੀ ਜਿਹੜਾ ਅਸੀਂ ਇਹ ਕਹਿੰਦੇ ਆ ਨਾ ਵੀ 20 ਨੂੰ ਇਹ ਸਾਰਾ ਕੁਝ ਹੋਣਾ ਸੀ, ਤੇ ਪਰ ਕਰਤਾਰ ਸਿੰਘ ਝੱਬਰ ਹੋਣੀ ਤੇ ਆਏ ਨਹੀਂ। ਤੇ ਸੁਭਾਵਿਕ ਜੀ ਗੱਲ ਸੀ ਵੀ ਉਹਨਾਂ ਨੇ ਚੂੜਕਾਣੇ ਤੋਂ ਪੁੱਛਣਾ ਸੀ ਵੀ ਨਨਕਾਣਾ ਸਾਹਿਬ ਦੇ ਵਿੱਚ ਕੀ ਵਾਪਰਿਆ ਹੈ। ਸਵੇਰੇ ਸਵੇਰ ਉਹਨਾਂ ਨੇ ਜਿਹੜਾ ਆਪਣੇ ਜਥੇ ਦਾ ਜਦੋਂ ਸਿੰਘ ਭੇਜਿਆ ਉਹ ਵਾਪਸ ਆਇਆ ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਵੇਖਦਿਆਂ ਕਹਿਤਾ ਸੀ ਵੀ ਜਿੱਦਾਂ ਦੀ ਇਹਦੀ ਮੂੰਹ ਦੀ ਹਾਲਤ ਹੈ, ਲੱਗਦਾ ਨਹੀਂ ਵੀ ਕੋਈ ਚੰਗੀ ਗੱਲ ਵਾਪਰੀ ਹੋਈ ਹੈ। ਉਹਨੇ ਆ ਕੇ ਦੱਸਿਆ ਵੀ ਲਛਮਣ ਸਿੰਘ ਧਾਰੋਵਾਲੀ ਤੇ ਜਿਹੜੇ ਭਾਈ ਟਹਿਲ ਸਿੰਘ ਹੋਣੀ ਨੇ ਇਹ ਸ਼ਹੀਦ ਕਰ ਦਿੱਤੇ ਨੇ ਤੇ ਮਹੰਤ ਤੇ ਉੱਥੇ ਸਾੜਦਾ ਪਿਆ ਹੈ, ਜਿਉਂਦਿਆਂ ਬੰਦਿਆਂ ਨੂੰ ਸਾੜੀ ਜਾ ਰਿਹਾ ਹੈ। ਇਹਨਾਂ ਨੇ ਫਿਰ ਉਸ ਵੇਲੇ ਜਿਹੜੇ ਇਹਨਾਂ ਦੇ ਨਾਲ ਥੋੜ੍ਹੇ ਬਹੁਤੇ ਜਥੇ ਦੇ ਸਿੰਘ ਸੀ, ਸਾਰਿਆਂ ਨੂੰ ਇਹ ਕਹਿ ਦਿੱਤਾ ਵੀ ਭਾਈ ਹੁਣ ਉਹ ਜਿਹੜੇ ਨਨਕਾਣਾ ਸਾਹਿਬ ਦੇ ਅਸਥਾਨ ਨੂੰ ਆਜ਼ਾਦ ਕਰਾਉਣ ਦੀ ਖਾਤਰ ਉਹ ਸਿੰਘ ਤੇ ਮਹੰਤ ਨੇ ਸ਼ਹੀਦ ਕਰ ਦਿੱਤੇ ਨੇ, ਉਹ ਆਪਣੀ ਸੇਵਾ ਪੂਰੀ ਕਰ ਗਏ ਨੇ। ਇੱਥੇ ਖਲੋ ਕੇ ਤੇ ਇਹਨਾਂ ਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਉਹ ਤੇਰੇ ਦਰ ਦੇ ਉੱਤੇ ਕੁਰਬਾਨ ਹੋ ਗਏ ਨੇ,
ਅਸੀਂ ਤੇਰੇ ਦਰ ਨੂੰ ਆਜ਼ਾਦ ਕਰਾ ਸਕੀਏ। ਜੇ ਆਜ਼ਾਦ ਨਾ ਕਰਾ ਸਕੇ ਤੇ ਆਪਣਾ ਸਰੀਰ ਕੁਰਬਾਨ ਕਰ ਦਈਏ ਤੇਰੇ ਦਰ ਦੇ ਉੱਤੇ। ਉਸ ਵੇਲੇ ਫਿਰ ਕਹਿੰਦੇ ਨੇ ਕਿ ਲਗਭਗ 9 ਘੋੜ ਸਵਾਰ ਜਿਹੜੇ ਸੀ, ਇਹਨਾਂ ਨੂੰ ਸਵੇਰੇ ਸੁਨਾਹ ਮਿਲਿਆ ਸੀ। ਤਾਂ ਮੈਂ ਸਵੇਰੇ ਵੀ ਗੱਲ ਕਰਦਾ ਪਿਆ ਸੀ, ਚਲੋ ਇੰਨਾ ਸਮਾਂ ਨਹੀਂ ਹੈ ਸਾਡੇ ਕੋਲ ਵੀ ਇਸ ਪਾਸੇ ਦੀ ਮੈਂ ਗੱਲ ਕਰਾਂ। ਜਦੋਂ ਕਿਉਂਕਿ ਇਹਨਾਂ ਨੂੰ ਨਹੀਂ ਸੀ ਪਤਾ ਕਿ 20 ਤਰੀਕ ਨੂੰ ਆਹ ਖੇਡ ਵਾਪਰ ਜਾਣੀ ਹੈ, ਤੇ ਪ੍ਰਸ਼ਾਦਾ ਪੱਕਦਾ ਪਿਆ ਸੀ ਇਹਨਾਂ ਦਾ। ਲਗਭਗ 10 ਕੁ ਵਜੇ ਖਬਰ ਇਹਨਾਂ ਨੂੰ ਮਿਲਣੀ ਸੀ। ਸਵੇਰ ਦਾ ਲੰਗਰ ਤਿਆਰ ਹੁੰਦਾ ਪਿਆ ਸੀ ਇਹਨਾਂ ਦੇ ਜਥੇ ਦਾ, ਜਿਹੜੇ 100 ਕੁ ਜਾਣਾ ਇੱਥੇ ਬੈਠਾ ਹੋਇਆ ਸੀ। ਪ੍ਰਸ਼ਾਦਾ ਤਿਆਰ ਹੋ ਰਿਹਾ ਸੀ। ਜਦੋਂ ਇਹਨਾਂ ਨੂੰ ਖਬਰ ਮਿਲ ਗਈ ਨਾ ਵੀ ਮਹੰਤ ਨੇ ਕਾਰਾ ਕਰ ਦਿੱਤਾ, ਲੰਗਰ ਪੱਕਿਆ ਪਕਾਇਆ ਰਹਿ ਗਿਆ ਇਹਨਾਂ ਦਾ, ਸਾਰੇ ਉੱਧਰ ਨੂੰ ਤੁਰ ਪਏ ਸੀ। ਮੈਂ ਇਸ ਕਰਕੇ ਇਹ ਗੱਲ ਆਪ ਜੀ ਦੇ ਅੱਗੇ ਰੱਖੀ, ਚਲੋ ਮੈਂ ਦੱਸੀ ਵੀ ਸੀ ਥੱਲੇ ਕਿਸੇ ਨੂੰ, ਉਦੋਂ ਮੇਰੇ ਦਿਲ ਦੀ ਵੇਦਨਾ ਥੋੜ੍ਹੀ ਜਿਹੀ ਹੋਰ ਸੀ, ਹੁਣ ਥੋੜ੍ਹੀ ਜਿਹੀ ਭਾਵਨਾ ਹੋਰ ਹੋਈ ਪਈ ਹੈ। ਤੇ ਮਤਲਬ ਸਾਡੇ ਲਈ ਕਿ ਉਹ ਦਿਨ ਹੈ ਜਿੱਦਣ ਸਾਡੇ ਪੁਰਖਿਆਂ ਨੂੰ ਲੰਗਰ ਵੀ ਨਸੀਬ ਨਹੀਂ ਹੋਇਆ, ਪੱਕਿਆ ਭਾਵੇਂ ਪਿਆ ਸੀ, ਤੇ ਸਾਡੇ ਵੇਲੋਂ ਕਿੰਨਾ ਗੱਲਾਂ ਤੋਂ ਲੰਗਰਾਂ ਤੋਂ ਲੜਦੇ ਫਿਰਦੇ ਨੇ। ਹੁਣ ਅਸੀਂ ਕੀ ਕਹੀਏ ਇਸ ਗੱਲ ਦੇ ਬਾਰੇ? ਤੁਸੀਂ ਵੇਖਿਆ ਹੋਵੇਗਾ ਦੁਪਹਿਰੇ ਹਾਲ, ਉਹ ਕਿਹੋ ਜਿਹੀ ਅਸੀਂ ਮੈਂਟੈਲਿਟੀ ਵਾਲੇ ਬੰਦੇ ਆ, ਕਿਉਂਕਿ ਅਸਲ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਹੀ ਨਹੀਂ। ਚਲੋ ਮੈਂ ਅੱਗੇ ਗੱਲ ਕਰਾਂਗਾ। ਹੋਇਆ ਕਿ ਉਸ ਵੇਲੇ 9 ਜਿਹੜੇ ਘੋੜ ਸਵਾਰ ਸੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਭੇਜੇ ਗਏ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਦੀ ਰਾਤ ਤੋਂ ਪਹਿਲਾਂ, ਜਿਹੜਾ ਜੇ ਕੱਲ੍ਹ ਦਿਨ ਚੜ੍ਹਨਾ ਹੈ, ਤੁਸੀਂ ਤੜਕੇ ਸਵੇਰ ਹੋਣ ਤੋਂ ਪਹਿਲਾਂ ਨਨਕਾਣਾ ਸਾਹਿਬ ਪਹੁੰਚਣਾ ਹੈ। ਔਰ ਉਹਦੇ ਵਿੱਚ ਇੱਕ ਬਾਪੂ ਅਮਰ ਸਿੰਘ ਦਾ ਜ਼ਿਕਰ ਆਉਂਦਾ ਹੈ। ਉਹਦੀ ਉਮਰ ਉਸ ਵੇਲੇ 70 ਸਾਲ ਸੀ। ਇੱਕ ਦਿਨ ਦੇ ਵਿੱਚ 26 ਮੀਲ ਪੈਂਡਾ ਕੀਤਾ ਉਹਨੇ, ਵੱਖਰੇ ਪਿੰਡਾਂ ਦੇ ਵਿੱਚ ਖਬਰ ਦੇਣ ਗਿਆ। ਇੱਕ ਦਿਨ ਦੇ ਵਿੱਚ 26 ਮੀਲ ਪੈਂਡਾ ਕਰਕੇ ਤੇ ਵਾਪਸ ਫਿਰ ਆਪਣੇ ਜਥੇ ਨਾਲ ਰਲ ਗਿਆ। ਇਹ 70 ਸਾਲ ਦਾ ਬਾਬਾ ਸੀ ਉਸ ਵੇਲੇ ਉਹਨਾਂ ਦੇ ਜਥੇ ਦੇ ਵਿੱਚ। ਹੌਲੀ ਇਹ ਜਥੇ ਜਿਹੜੇ ਨੇ, ਇਹ ਸਵੇਰ ਵੇਲੇ, ਮੈਂ ਬੜਾ ਸੰਖੇਪ ਜਿਹਾ ਕਰਦਾ ਪਿਆ ਕਿਉਂਕਿ ਸਾਡੇ ਕੋਲ ਸਮੇਂ ਦੀ ਬੜੀ ਘਾਟ ਹੈ ਇਸ ਪਾਸੇ ਤੋਂ। ਇਹਨਾਂ ਨੇ ਮਹੰਤ ਨੂੰ ਤੇ ਸਰਕਾਰ ਨੇ ਰਾਤੋਂ ਰਾਤ ਹੀ, ਜਦੋਂ 20 ਤਰੀਕ ਦੀ ਸ਼ਾਮ ਹੋਈ, ਉਹਨੂੰ ਗ੍ਰਿਫਤਾਰ ਕਰਕੇ ਤੇ ਭੇਜਤਾ। ਉਹਨਾਂ ਨੂੰ ਪਤਾ ਸੀ ਵੀ ਕੱਲ੍ਹ ਨੂੰ ਸਿੱਖ ਇੱਥੇ ਇਕੱਠੇ ਹੋਣੇ ਨੇ ਤੇ ਇਹਨਾਂ ਨੇ ਮਹੰਤ ਨਹੀਂ ਛੱਡਣਾ। ਉਹ ਸਰਕਾਰ ਦੇ ਨਾਲ ਰਲਿਆ ਹੋਇਆ ਬੰਦਾ ਸੀ, ਸਰਕਾਰ ਦੀ ਵੀ ਸ਼ੈ ਸੀ, ਉਹਨੂੰ ਤੇ ਗ੍ਰਿਫਤਾਰ ਕਰਕੇ ਭੇਜ ਦਿੱਤਾ। ਤੇ ਗੁਰਦੁਆਰੇ ਦੇ ਅੰਦਰ ਜੋ ਹਾਲਾਤ ਸੀ, ਜਿੱਥੇ ਵੀ ਸੀਸ ਪਏ ਹੋਏ ਸੀ, ਜਿੱਦਾਂ ਵੀ ਕਿਸੇ ਦੇ ਹਾਲ ਪਏ ਹੋਏ ਸੀ, ਉਹ ਉੱਦਾਂ ਹੀ ਰਹਿ ਕੇ ਤੇ ਗੁਰਦੁਆਰੇ ਨੂੰ ਬਾਹਰੋਂ ਜਿੰਦਰਾ ਲਗਾ ਦਿੱਤਾ ਗਿਆ। ਅੰਗਰੇਜ਼ ਉਹਨਾਂ ਚਿਰ ਨੂੰ ਸ਼ਾਮ ਦੇ ਵੇਲੇ ਤੱਕ ਥੋੜ੍ਹੀ ਬਹੁਤੀ ਉਹਨਾਂ ਦੀ ਆਪਣੀ ਫੋਰਸ ਆ ਗਈ ਅੰਗਰੇਜ਼ਾਂ ਦੀ, ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਦਾਂ ਕਹਿ ਲਓ ਵੀ ਲੌਕ ਲਗਾ ਕੇ ਤੇ ਉਹਨਾਂ ਨੇ ਆਪਣੇ ਕੋਲ ਰੱਖ ਲਿਆ। ਮਹੰਤ ਦਾ ਵਿੱਚੋਂ ਇੱਕ ਵਾਰ ਪਾਸਾ ਪਰੇ ਕਰ ਦਿੱਤਾ ਗਿਆ, ਇਹਨਾਂ ਦੇ ਕੋਲ ਆ ਗਿਆ। ਸੁਭਾਵਿਕ ਜੀ ਗੱਲ ਸੀ ਵੀ ਸੰਗਤ ਉੱਥੇ ਇਕੱਠੀ ਹੋਣੀ ਸੀ। ਜਦੋਂ ਇਹ ਸੰਗਤ ਇਕੱਠੀ ਹੁੰਦੀ ਹੈ ਵੱਖਰੇ ਥਾਵਾਂ ਦੇ ਉੱਤੇ, ਇਹਨਾਂ ਨੂੰ ਸਵੇਰ ਵੇਲੇ ਹੋਰ ਵੀ, ਵੈਸੇ ਤੇ 20 ਤਰੀਕ ਨੂੰ ਹੀ ਮੁਖੀ ਸਿੱਖ ਆ ਗਈ ਸੀ ਉੱਥੇ, ਅੰਗਰੇਜ਼ ਅਫਸਰ ਵੀ ਆ ਗਏ ਸੀ। ਭਾਈ ਕਰਤਾਰ ਸਿੰਘ ਝੱਬਰ ਜਿਹੜੇ ਨੇ, ਉਹ ਰਾਤ ਕੱਟਦੇ ਨੇ ਚੰਦਰਕੋਟ ਦੀ ਝਾਲ ਦੇ ਉੱਤੇ। ਸਵੇਰ ਹੁੰਦਿਆਂ ਇਹਨਾਂ ਨੇ ਸੋਚਿਆ ਵੀ ਸਵੇਰੇ ਜਾਵਾਂਗੇ। ਰਾਤ ਨੂੰ ਵੀ ਪ੍ਰਸ਼ਾਦਾ ਨਹੀਂ ਛਕਿਆ ਇਹਨਾਂ ਨੇ। ਰਾਤ ਨੂੰ ਵੀ ਸਿਰਫ ਇੱਦਾਂ ਸੀ ਵੀ ਇੱਕ ਇਲਾਕੇ ਦੀ ਸੰਗਤ ਨੇ ਉਸ ਵੇਲੇ, ਕਿਉਂਕਿ ਜਦੋਂ ਇੱਕਦਮ ਸੰਗਤ ਆਉਣੀ ਸੀ ਤੇ ਇਹਨਾਂ ਨੇ ਪੈਂਡਾ ਅੱਗੇ ਕਰਨਾ ਸੀ, ਤੇ ਉਸ ਵੇਲੇ ਕੁਝ ਭੁੱਜੇ ਹੋਏ ਛੋਲੇ ਜਿਹੜੇ ਸੀ ਉਹ ਵਰਤਾਏ ਸੀ ਰਾਤ ਲੰਗਰ ਦੇ ਵਿੱਚ। ਤੇ ਇੰਨਾ ਕੁਝ ਛਕ ਕੇ ਤੇ ਬਸ ਇਹਨਾਂ ਨੇ ਰਾਤ ਕੱਢੀ ਵੀ ਸਵੇਰ ਵੇਲੇ ਅੰਮ੍ਰਿਤ ਵੇਲੇ ਅਸੀਂ ਨਨਕਾਣਾ ਸਾਹਿਬ ਪਹੁੰਚ ਜਾਣਾ ਹੈ। ਸਵੇਰ ਦਾ ਵੇਲਾ ਹੋ ਜਾਂਦਾ ਹੈ। ਸਰਦਾਰ ਕਰਤਾਰ ਸਿੰਘ ਝੱਬਰ ਜਿਹੜੇ ਨੇ, ਉੱਥੇ ਫਿਰ ਜਿੰਨੀ ਵੀ ਸੰਗਤ ਨਾਲ ਤੁਰਦੀ ਹੈ ਉਹਨਾਂ ਨੂੰ ਨਾਲ ਕਹਿ ਦਿੰਦੇ ਨੇ ਵੀ ਭਾਈ ਤੁਸੀਂ ਸਾਡੇ ਨਾਲ ਆਏ, ਬੜੀ ਵਧੀਆ ਗੱਲ ਹੈ, ਪਰ ਹੁਣ ਇੱਥੇ ਜਿਹੜੇ ਨੇ ਸਾਡੇ ਨਾਲ ਸਿੰਘਣੀਆਂ ਵੀ ਨੇ, ਬੱਚੇ ਵੀ ਨੇ, ਜਿਨ੍ਹਾਂ ਨੇ ਤੇ ਇਹ ਸੋਚਿਆ ਹੈ ਵੀ ਅਸੀਂ ਨਨਕਾਣਾ ਸਾਹਿਬ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਹੈ, ਭਾਈ ਉਹ ਅੱਗੇ ਆ ਜਾਓ। ਬਾਕੀ ਜਿਹੜੇ ਨੇ ਉਹ ਗੁਰਦੁਆਰਾ ਕਿਆਰਾ ਸਾਹਿਬ ਹੈ, ਤੁਸੀਂ ਉਧਰ ਨੂੰ ਚਲੇ ਜਾਓ। ਔਰ ਉਹਦੇ ਵਿੱਚੋਂ ਜਿਹੜੇ ਜਥੇ ਨੇ ਲਕੀਰ ਖਿੱਚੀ ਹੋਈ ਸੀ, ਉਹਨਾਂ ਨੇ ਜਿਹੜੇ ਜਥੇ ਨੇ ਲਕੀਰ ਪਾਰ ਕੀਤੀ ਕਿ ਅਸੀਂ ਨਨਕਾਣਾ ਸਾਹਿਬ ਜਾਣਾ ਹੈ, ਸਰਦਾਰ ਝੱਬਰ ਉਹਨਾਂ ਦੀ ਜਥੇਦਾਰੀ ਕਰਦੇ ਪਏ ਸੀ। ਬਾਕੀ ਸੰਗਤ ਜਿਹਦੇ ਵਿੱਚ ਬੀਬੀਆਂ ਵੀ ਸੀ, ਇਹ ਸਾਰੇ ਗੁਰਦੁਆਰਾ ਕਿਆਰਾ ਸਾਹਿਬ ਦੇ ਵੱਲ ਭੇਜ ਦਿੱਤੇ ਗਏ। ਇੱਥੋਂ ਫਿਰ ਅੱਗੇ ਜਿਹੜੀ ਗੱਲ ਵਾਪਰਦੀ ਹੈ ਵੀ ਜਦੋਂ ਇਹ ਜਥਾ ਸਵੇਰ ਹੋ ਜਾਂਦੀ ਹੈ, ਹੌਲੀ ਦਿਨ ਚੜ੍ਹ ਜਾਂਦਾ ਹੈ, ਇਹ ਜਦੋਂ ਜਾ ਰਿਹਾ ਹੈ ਜਥਾ, ਤੇ ਇਹਨਾਂ ਨੂੰ ਪਹਿਲਾਂ ਹੀ ਇੱਕ ਵਾਰ ਰਸਤੇ ਦੇ ਵਿੱਚ ਰੋਕਿਆ ਜਾਂਦਾ ਹੈ। ਔਰ ਵਾਸਤਾ ਇਸ ਗੱਲ ਦਾ ਪਾਇਆ ਜਾਂਦਾ ਵੀ ਨਾ ਜਾਓ ਅੱਗੇ, 200 ਜਾਣਾ ਤੇ ਲਗਭਗ ਸਾਡਾ ਅੱਗੇ ਅੰਦਰ ਸ਼ਹੀਦ ਹੋ ਚੁੱਕਾ ਹੈ। ਤੁਸੀਂ ਜਾਓਗੇ ਤੇ ਅੱਗੋਂ ਜਿਹੜੀ ਅੰਗਰੇਜ਼ ਮਿਲਟਰੀ ਹੈ ਉਹ ਪਹਿਲਾਂ ਹੀ ਮਸ਼ੀਨ ਗਨ ਲੈ ਕੇ ਬੈਠੀ ਹੋਈ ਹੈ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇੱਥੇ ਉਪੱਦਰ ਹੋਵੇਗਾ। ਉਹਨਾਂ ਨੇ ਫੌਜ ਲਗਾਈ ਹੋਈ ਸੀ ਵੀ ਜੇ ਤੁਹਾਡੇ ਉੱਤੇ ਗੋਲੀ ਚਲਾ ਦਿੱਤੀ ਤੇ ਫਿਰ ਹੋਰ ਨੁਕਸਾਨ ਹੋ ਜਾਵੇਗਾ। ਸਰਦਾਰ ਝੱਬਰ ਕਹਿੰਦੇ ਵੀ ਅਸੀਂ ਪਹਿਲਾਂ ਹੀ ਇਹ ਫੈਸਲਾ ਕਰਕੇ ਆਏ ਹਾਂ ਵੀ ਜਾਂ ਤਾਂ ਹੁਣ ਅਸੀਂ ਖਤਮ ਹੋਵਾਂਗੇ ਤੇ ਜਾਂ ਪ੍ਰਬੰਧ ਲੈ ਕੇ ਜਾਵਾਂਗੇ। ਹੁਣ ਉਹ ਗੱਲ ਨਹੀਂ ਹੈ, ਸਾਨੂੰ ਰੋਕਣਾ ਫਜ਼ੂਲ ਹੈ ਤੁਹਾਡਾ, ਤੁਸੀਂ ਸਾਡੇ ਵੱਲ ਜਿਹੜੀ ਹੈ ਉਹ ਐਨਰਜੀ ਨਾ ਵੇਸਟ ਕਰੋ। ਬਸ ਇੰਨਾ ਕੁ ਹੋਇਆ। ਇਹ ਫਿਰ ਅੱਗੇ ਚੱਲਦੇ ਪਏ ਨੇ।
ਅਜੇ ਅੱਗੇ ਗਏ ਤੇ ਜਿਹੜਾ ਗੋਰਾ ਅਫਸਰ ਸੀ ਉਹਨੇ ਆ ਕੇ ਇਹ ਕਹਿ ਦਿੱਤਾ, ਕਿਉਂਕਿ ਜਦੋਂ ਇਹਨਾਂ ਨੇ ਆਪਣੇ ਜਥੇ ਨੂੰ ਵੀ ਕਿਹਾ ਸੀ ਵੀ ਭਾਈ ਤੁਸੀਂ ਗੋਲੀ ਦੀ ਰੇਂਜ ਦੇ ਵਿੱਚ ਜਦੋਂ ਆ ਗਏ ਤੇ ਹੁਣ ਇਹ ਨਾ ਸੋਚੋ ਵੀ ਪਿੱਛੇ ਮੁੜਨਾ ਹੈ। ਜੇ ਗੋਲੀ ਚੱਲਦੀ ਵੀ ਹੈ ਤੇ ਬਸ ਫਿਰ ਜਿਹਦੇ ਉੱਤੇ ਚੱਲੇਗੀ ਉਹਨੂੰ ਉੱਥੇ ਰਹਿਣ ਦਿਓ, ਤੁਸੀਂ ਆਪ ਅੱਗੇ ਜਾਈ ਜਾਏ। ਤੁਸੀਂ ਇੱਥੋਂ ਤੱਕ ਪਹੁੰਚਣਾ ਹੈ ਵੀ ਅੰਗਰੇਜ਼ ਅਫਸਰਾਂ ਦੇ ਕੋਲੋਂ ਵੀ ਜੇਕਰ ਤੁਹਾਨੂੰ ਬੰਦੂਕਾਂ ਖੋਹਣੀਆਂ ਪੈਣਗੀਆਂ ਤਾਂ ਤੁਸੀਂ ਖੋਹਣੀਆਂ ਨੇ, ਤੇ ਜੇ ਤੁਹਾਨੂੰ ਮਾਰਨੇ ਵੀ ਪਏ ਤੇ ਮਾਰ ਦਿਓ ਜਦੋਂ ਉਹ ਚਲਾ ਰਹੇ ਨੇ, ਕਿਉਂਕਿ ਪ੍ਰਣ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਿਸੇ ਤੇ ਹੱਥ ਨਹੀਂ ਚੁੱਕਣਾ। ਅਸੀਂ ਤੇ ਇਹ ਆਏ ਹਾਂ ਵੀ ਜੇ ਸਾਡੇ ਉੱਤੇ ਕੁਝ ਕਰੇਗਾ ਤੇ ਫਿਰ ਅਸੀਂ ਇੱਦਾਂ ਦਾ ਅਰਦਾਸਾ ਨਹੀਂ ਕੀਤਾ ਵੀ ਅਸੀਂ ਹੱਥ ਨਹੀਂ ਚੁੱਕਣਾ। ਅਸੀਂ ਤੇ ਭਾਈ ਆਏ ਪ੍ਰਬੰਧ ਲੈਣ ਦੇ ਲਈ ਹਾਂ, ਫਿਰ ਕਿਸੇ ਵੀ ਤਰੀਕੇ ਨਾਲ ਕਰਾਂਗੇ। ਵੀ ਜੇ ਤੁਹਾਡੇ ਉੱਤੇ ਹਮਲਾ ਕਰਦੇ ਨੇ ਫਿਰ ਤੁਸੀਂ ਵੀ ਅੱਗੋਂ ਕਰ ਦਿਓ। ਅੰਗਰੇਜ਼ ਅਫਸਰ ਅੱਗੇ ਆ ਕੇ ਤੇ ਸਰਦਾਰ ਝੱਬਰ ਨੂੰ ਕਹਿੰਦਾ ਵੀ ਰੁਕ ਜਾਓ, ਗੋਲੀ ਚੱਲ ਸਕਦੀ ਹੈ। ਕਹਿੰਦੇ ਕੋਈ ਨਹੀਂ, ਤੇਰੇ ਕੋਲ 150 ਬੰਦਾ ਹੈ, ਮੇਰੇ ਕੋਲ ਤੇ 2200 ਹੈ, ਤੂੰ ਗੋਲੀ ਚਲਾ ਕੇ ਵੇਖ ਲੈ, ਫਿਰ ਵੇਖ ਲੈਨੇ ਕੀ ਬਣਦਾ। ਕਿਉਂਕਿ ਉਦੋਂ ਉਹ ਥੋੜਾ ਜਿਹਾ ਮਾਹੌਲ ਇਸ ਪਾਸੇ ਦਾ ਬਣਿਆ ਹੋਇਆ ਸੀ। ਤੋ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਦੱਸੋ ਚਾਹੁੰਦੇ ਕੀ ਜੇ। ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਚਾਬੀਆਂ ਦਿਓ, ਸਾਨੂੰ ਪ੍ਰਬੰਧ ਦਿਓ। ਤੁਹਾਡਾ ਤਾਂ ਸਾਡੇ ਨਾਲ ਕੋਈ ਮਸਲਾ ਹੀ ਨਹੀਂ, ਤੁਹਾਡੀ ਤੇ ਸਾਡੀ ਕੋਈ ਲੜਾਈ ਨਹੀਂ, ਅਸੀਂ ਤੇ ਮਹੰਤ ਦੇ ਕੋਲੋਂ ਪ੍ਰਬੰਧ ਲੈਣ ਆਏ ਹਾਂ, ਤੁਹਾਡਾ ਸਾਡੇ ਨਾਲ ਕੋਈ ਮਸਲਾ ਨਹੀਂ ਹੈ, ਤੁਸੀਂ ਤੇ ਐਵੇਂ ਵਿੱਚ ਆ ਕੇ ਫਸ ਗਏ ਜੀ। ਤੋ ਕਹਿੰਦਾ ਵੀ ਕੋਈ ਨਹੀਂ, ਤੁਹਾਨੂੰ ਸਵੇਰੇ ਚਾਬੀਆਂ ਦੇ ਦੇਵਾਂਗੇ। ਉਹ ਕਹਿੰਦੇ ਮਤਲਬ ਜਿਨ੍ਹਾਂ ਕੋਲੋਂ ਤੁਸੀਂ ਪੜ੍ਹੇ ਜੇ ਨਾ, ਮੈਂ ਵੀ ਉਹਨਾਂ ਦੇ ਕੋਲੋਂ ਹੀ ਪੜ੍ਹਿਆ। ਇਹ ਸਰਦਾਰ ਝੱਬਰ ਹੋਣਾ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਨ੍ਹਾਂ ਦੇ ਕੋਲ ਤੁਸੀਂ ਪੜ੍ਹੇ ਜੇ ਮੈਂ ਵੀ ਉਹਨਾਂ ਦੇ ਕੋਲੋਂ ਹੀ ਪੜ੍ਹਿਆ। ਬਸ ਇੰਨੀ ਕੁ ਖੇਡ ਹੈ ਵੀ ਤੁਸੀਂ ਰਾਤ ਸਾਨੂੰ ਆਰਾਮ ਕਰਵਾ ਲੈਣਾ ਹੈ, ਵੀ ਸਵੇਰੇ ਚਾਬੀਆਂ ਦੇਵਾਂਗੇ। ਰਾਤ ਨੂੰ ਤੁਸੀਂ ਹੋਰ ਫੌਜ ਸੱਦ ਲੈਣੀ, ਸਵੇਰੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲੈਣਾ। ਇਹ ਤੇ ਫਿਰ ਇੱਥੇ ਰਹਿ ਜਾਣਾ ਸਾਰਾ ਕੁਝ। ਸਾਨੂੰ ਹੁਣੇ ਹੀ ਚਾਹੀਦਾ ਹੈ, ਪ੍ਰਬੰਧ ਹੋਣੇ ਚਾਹੀਦਾ ਹੈ। ਤੇ ਉਹਦੇ ਵਿੱਚ ਇੱਕ ਉਹਨਾਂ ਦੇ ਜਥੇ ਦੇ ਵਿੱਚ ਭਾਈ ਗਿਆਨ ਸਿੰਘ ਸੀ। ਉਹਨੂੰ ਜਦੋਂ ਪੁੱਛਿਆ ਨਾ, ਕਿਉਂਕਿ ਉਹਨਾਂ ਨੇ ਝੱਬਰ ਸਾਹਿਬ ਨੇ ਪਿੱਛੇ ਕਿਹਾ ਜਥੇ ਨੂੰ ਵੀ ਇਹ ਕਹਿੰਦੇ ਨੇ ਵੀ ਸਵੇਰੇ ਪ੍ਰਬੰਧ ਲੈਣਾ। ਉਹ ਕਹਿੰਦੇ ਸਵੇਰ ਦੀ ਤੇ ਗੱਲ ਹੀ ਛੱਡੋ, 4 ਪੈਰਾਂ ਦੀ ਗੱਲ ਨਹੀਂ, 4 ਮਿੰਟ ਨਹੀਂ ਦੇਣੇ ਇਹਨਾਂ ਨੂੰ। ਹੁਣ ਅਸੀਂ ਤੁਰਦੇ ਹਾਂ, ਤੁਰੇ ਜਾ ਰਹੇ। ਉਹ ਫਿਰ ਉਹ ਕਹਿੰਦਾ ਵੀ ਨਹੀਂ ਗੱਲ ਤੇ ਸੁਣੋ। ਉਹਨੂੰ ਵੀ ਪਤਾ ਸੀ ਵੀ ਗੱਲ ਵਿਗੜ ਜਾਣੀ ਅੰਗਰੇਜ਼ ਅਫਸਰ ਨੂੰ। ਬਸ ਇੰਨੀ ਕੁ ਖੇਡ ਹੋਈ। ਉਹ ਕਹਿੰਦਾ ਮੈਨੂੰ 2 ਮਿੰਟ ਦਿਓ। ਉਹ ਆਪਣੇ ਨਾਲ ਦੇ ਮੁਖੀ ਸਿੱਖਾਂ, ਉਹ ਜਿਹੜੇ ਅਫਸਰ ਸੀ ਉਹਨਾਂ ਦੇ ਨਾਲ ਥੋੜ੍ਹਿਆਂ ਬਹੁਤਿਆਂ ਦੇ ਨਾਲ ਬਹਿ ਕੇ ਗੱਲ ਕਰਦਾ ਹੈ। ਭਾਈ ਜੋਧ ਸਿੰਘ ਹੁਣੀ ਸਾਰੇ ਉੱਥੇ ਨਹੀਂ ਉਸ ਵੇਲੇ, ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦਾ। ਤੇ ਉਹ ਕਹਿੰਦੇ ਨੇ ਵੀ ਤੁਸੀਂ ਕਮੇਟੀ ਇੱਥੇ ਬਣਾ ਲਓ ਤੇ ਮੈਂ ਹੁਣੇ ਚਾਬੀਆਂ ਇਹਨਾਂ ਨੂੰ ਦੇ ਦਿੰਦਾ। ਇੱਧਰੋਂ ਇਹਨਾਂ ਦਾ ਖਿਆਲ ਇਹ ਸੀ ਵੀ ਸ਼੍ਰੋਮਣੀ ਕਮੇਟੀ ਬਣੀ ਤੇ ਹੋਈ ਹੈ, ਤੁਸੀਂ ਉਹਨੂੰ ਹੀ ਪ੍ਰਬੰਧ ਦੇ ਦਿਓ। ਉਹ ਕਹਿੰਦੇ ਨਹੀਂ, ਨਵੇਂ ਮੈਂਬਰ ਬਣਾਓ। 7 ਮੈਂਬਰਾਂ ਦੀ ਕਮੇਟੀ ਬਣਦੀ ਹੈ ਤੇ ਉਸ ਵੇਲੇ ਜਿਹੜੀ ਚਾਬੀ ਹੈ ਉਹ ਸਰਦਾਰ ਕਰਤਾਰ ਸਿੰਘ ਝੱਬਰ ਉਹਨਾਂ ਨੂੰ ਮਿਲ ਜਾਂਦੀ ਹੈ। ਗੁਰਦੁਆਰੇ ਦੇ ਅੰਦਰ ਕੀ ਹੋਇਆ ਸੀ ਅਜੇ ਕਿਸੇ ਨੂੰ ਵੀ ਨਹੀਂ ਸੀ ਪਤਾ, ਕਿਉਂਕਿ ਲੋਕ ਲਗਾ ਦਿੱਤਾ ਗਿਆ ਸੀ। ਜਦੋਂ ਅਜੇ ਚਾਬੀ ਮਿਲਦੀ ਹੈ ਤੇ ਸਰਦਾਰ ਝੱਬਰ ਜਿਹੜੇ ਨੇ ਉਹ ਆਪਣੇ ਜਥੇ ਨੂੰ ਦੱਸਦੇ ਨੇ ਵੀ ਚਾਬੀ ਜਿਹੜੀ ਆ ਉਹ ਸਾਡੇ ਕੋਲ ਆ ਗਈ ਹੈ, ਪਹਿਲਾਂ ਮਿਲਟਰੀ ਹਟ ਜਾਵੇਗੀ, ਫਿਰ ਦਰਸ਼ਨ ਕਰਨ ਜਾਵਾਂਗੇ, ਫਿਰ ਆਪ ਜੀ ਸਾਰਿਆਂ ਨੂੰ ਹੌਲੀ ਹੌਲੀ ਦਰਸ਼ਨ ਕਰਾਵਾਂਗੇ ਵੀ ਅੰਦਰ ਕੀ ਵਾਪਰਿਆ ਹੈ। ਤੇ ਉਸ ਵੇਲੇ ਫਿਰ ਜਦੋਂ ਇਹ ਜਥਾ ਜਕਾਰੇ ਲਾਉਂਦਾ ਹੈ ਵੀ ਮਹਾਰਾਜ ਨੇ ਸਰੀਰ ਦੇ ਬਲੀਦਾਨ ਦੇਣ ਤੋਂ ਬਿਨਾਂ ਹੀ, ਜਾਨਾਂ ਦੇਣ ਤੋਂ ਬਿਨਾਂ ਹੀ ਮਹਾਰਾਜ ਨੇ ਸਾਨੂੰ ਫਤਿਹ ਯਾਬੀ ਬਖਸ਼ ਦਿੱਤੀ ਹੈ। ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਤੇ ਅਸੀਂ ਬਾਅਦ ਦੇ ਵਿੱਚ ਹਾਲਾਤ ਵੇਖਦੇ ਹਾਂ ਵੀ ਮਹਾਰਾਜ ਨੇ ਇਹ ਅਫਸਰ ਮੰਨ ਗਿਆ ਵੀ ਤੁਹਾਨੂੰ ਚਾਬੀਆਂ ਦੇਣੀਆਂ, ਤੇ ਚਾਬੀਆਂ ਉਹਨਾਂ ਨੇ ਹੱਥ ਦੇ ਵਿੱਚ ਵਿਖਾ ਵੀ ਦਿੱਤੀਆਂ ਸੀ। ਇੱਥੋਂ ਫਿਰ ਜਦੋਂ ਉਹ ਮਿਲਟਰੀ ਹਟਦੀ ਹੈ ਤੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ। ਪ੍ਰੋਫੈਸਰ ਸਾਹਿਬ ਸਿੰਘ, ਕਿਉਂਕਿ ਉਸ ਵੇਲੇ SGPC ਦੇ ਮੈਂਬਰ ਸੀ, ਉਹ ਕਹਿੰਦੇ ਵੀ ਜਦੋਂ ਰੌਲਾ ਪੈ ਗਿਆ ਸਾਰੇ ਪਿੰਡ ਨਨਕਾਣਾ ਸਾਹਿਬ, ਸਾਕਾ ਵਾਪਰ ਗਿਆ, ਅਸੀਂ ਟ੍ਰੇਨ ਦੇ ਉੱਤੇ ਜਾਣਾ ਸੀ, ਟ੍ਰੇਨ ਰੁਕਣੀ ਬੰਦ ਕਰ ਦਿੱਤੀ ਨਨਕਾਣਾ ਸਾਹਿਬ ਸਟੇਸ਼ਨ ਤੇ। ਉਹਦੇ ਤੋਂ ਅੱਗੇ ਜੜ੍ਹਾਂ ਵਾਲਾ ਸਟੇਸ਼ਨ ਹੈ, ਉੱਥੇ ਜਾ ਕੇ ਰੁਕੀ। ਉਹ ਜਿੰਨੇ ਵੀ ਆਉਂਦੇ ਸੀ, ਈਵਨ ਕਿ ਨਨਕਾਣਾ ਸਾਹਿਬ ਦੇ ਨਾਲ ਮਿਲਦੇ ਜੁਲਦੇ ਕਿਸੇ ਵੀ ਸਟੇਸ਼ਨ ਦੀ ਟਿਕਟ ਹੀ ਬੁੱਕ ਨਹੀਂ ਸੀ ਕੀਤੀ ਜਾ ਰਹੀ ਵੀ ਇੱਥੇ ਸੰਗਤ ਇਕੱਠੀ ਹੋ ਜਾਣੀ ਹੈ ਜਦ। ਉਹ ਉੱਥੋਂ ਪ੍ਰੋਫੈਸਰ ਸਾਹਿਬ ਸਿੰਘ ਹੋਣੀ ਕਹਿੰਦੇ ਜਦੋਂ ਅਸੀਂ ਆਏ ਤੇ ਜਿਹੜੇ ਹਾਲਾਤ ਅਸੀਂ ਵੇਖੇ ਸੀ ਉਹ ਇਹ ਸੀ ਵੀ 5-5 ਬੰਦਿਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵਾੜਦੇ ਸੀ। ਭਾਈ ਨਾਰਾਇਣ ਸਿੰਘ ਮੈਨੇਜਰ ਰਹੇ ਨੇ ਉੱਥੇ ਨਨਕਾਣਾ ਸਾਹਿਬ ਦੇ 1947 ਤੱਕ, ਤੇ ਉਹਨਾਂ ਨੇ ਵੀ ਲਿਖਿਆ ਇਸ ਗੱਲ ਦੇ ਬਾਰੇ ਵੀ 5-5 ਜਾਣਿਆਂ ਨੂੰ ਅੰਦਰ ਵਾੜਿਆ ਜਾਂਦਾ ਸੀ। ਵੀ ਜੋ ਹਾਲਾਤ ਹੋਏ ਨੇ, ਭਾਈ ਲਛਮਣ ਸਿੰਘ ਹੋਣਾ ਨੂੰ ਅਸਲ ਦੇ ਵਿੱਚ ਉੱਥੋਂ ਹਟਾ ਕੇ ਤਾਬਿਆਂ ਤੋਂ ਖਿੱਚ ਕੇ ਤੇ ਬਾਹਰ ਜਿਹੜਾ ਜੰਡ ਸੀ ਉਹਦੇ ਨਾਲ ਉਲਟਾ ਲਟਕਾ ਕੇ ਤੇ ਸਾੜ ਦਿੱਤਾ ਗਿਆ ਸੀ, ਜਿਉਂਦਿਆਂ ਸਾੜ ਦਿੱਤਾ ਗਿਆ ਸੀ, ਜਿਹਨੂੰ ਅਸੀਂ ਅਰਦਾਸਾਂ 'ਚ ਪੜ੍ਹਦੇ ਹਾਂ ਵੀ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ। ਇਹਦੇ ਤੋਂ ਇਲਾਵਾ ਜਦੋਂ ਉਹਨੇ ਮਿੱਟੀ ਦਾ ਤੇਲ ਪਾ ਕੇ ਸਾੜੇ, ਕੁਝ ਸਰੀਰ ਸੜ ਗਏ, ਕੁਝ ਨਹੀਂ ਵੀ ਸੜੇ ਗਏ। ਤੇ ਉਹਦੇ ਵਿੱਚ ਜਿਹੜੇ ਹਵਾਲੇ ਨੇ, ਮੈਂ ਇਸ ਕਰਕੇ ਬੇਨਤੀ ਵਾਰ-ਵਾਰ ਕਰਦਿਆਂ ਵੀ ਕਿੰਨਾ ਸੌਖਾ ਨਾ ਇਹਨੂੰ ਸੁਣਾਉਣਾ ਵੀ ਜੀ ਸਾੜ ਦਿੱਤੇ ਗਏ। ਮਾੜਾ ਜਿਹਾ ਦੁਪਹਿਰੇ ਇੱਕ ਦੇ ਉੱਤੇ ਕੜੀ ਤੱਤੀ ਪੈ ਗਈ ਸੀ, ਉਹਨੂੰ ਇੰਝ ਲੱਗਾ ਸੀ ਵੀ ਪਤਾ ਨਹੀਂ ਜਾਨ ਕੱਢ ਲਈ ਹੈ ਖਰੇ। ਇਹ ਇੱਦਾਂ ਦੇ ਹਾਲਾਤ ਨੇ ਵੀ ਤੱਤੀਆਂ ਕੜੀਆਂ ਤੋਂ ਹੀ ਸਾਨੂੰ ਇੰਝ ਲੱਗਣ ਲੱਗ ਪਿਆ। ਤੇ ਅਸੀਂ ਸੁਣਾ ਰਹੇ ਹਾਂ ਵੀ ਉਹ ਅੱਗ ਦੇ ਵਿੱਚ ਰੱਖ ਕੇ ਤੇ ਸਾੜ ਦਿੱਤੇ ਗਏ, ਭੱਠੀਆਂ ਦੇ ਵਿੱਚ ਜਿਉਂਦਿਆਂ ਝੋਕ ਦਿੱਤੇ ਗਏ ਸੀ। ਗੱਲ ਸਿਰਫ ਇੰਨੀ ਕੁ ਹੈ
ਹੋਇਆ ਇਸ ਪਾਸੇ ਤੋਂ ਕਿ ਉਹਨਾਂ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕੀਤੇ, ਭਾਈ ਹੀਰਾ ਸਿੰਘ ਰਾਗੀ ਬੜੇ ਕਮਾਲ ਦੇ ਰਾਗੀ ਹੋਏ ਨੇ ਕੌਮ ਦੇ। ਪ੍ਰੋਫੈਸਰ ਸਾਹਿਬ ਸਿੰਘ ਖੁਦ ਲਿਖਦੇ ਨੇ ਆਪਣੀ ਜੀਵਨ ਕਹਾਣੀ ਦੇ ਵਿੱਚ, ਕਹਿੰਦੇ ਜਦੋਂ ਮੈਂ ਅੰਦਰ ਗਿਆ ਸੀ ਤੇ ਮੇਰਾ ਰੋਣ ਨਿਕਲ ਗਿਆ ਸੀ ਵੀ ਅੰਦਰ ਕੀ ਬਣਿਆ ਪਿਆ। ਖੂਨ ਵਗ ਵਗ ਕੇ ਚਬੱਚਾ ਭਰਿਆ ਪਿਆ ਸੀ ਤੇ ਭਰੇ ਚਬੱਚੇ ਦੇ ਵਿੱਚੋਂ ਵੀ ਖੂਨ ਬਾਹਰ ਡੁੱਲਦਾ ਪਿਆ ਸੀ, ਜਿਹੜਾ ਸੁੱਕ ਚੁੱਕਾ ਸੀ ਵਗ ਵਗ ਕੇ। ਇੱਥੋਂ ਤੱਕ ਵੀ ਗੁਰਦੁਆਰੇ ਦੇ ਅੰਦਰ ਜਿੱਦਾਂ ਕਿਸੇ ਨੂੰ ਖਿੱਚਿਆ ਗਿਆ ਗੁੰਡਿਆਂ ਦੇ ਵੱਲੋਂ, ਕੇਸ ਖੂਨ ਦੇ ਨਾਲ ਲਿਬੜੇ ਥਾਂ ਥਾਂ ਦੇ ਉੱਤੇ ਫਰਸ਼ ਦੇ ਵਿੱਚ ਪਏ ਹੋਏ ਨੇ। ਤੇ ਇੱਥੋਂ ਤੱਕ ਨਾਰਾਇਣ ਸਿੰਘ ਹੁਣਾਂ ਨੇ ਇਸ ਗੱਲ ਨੂੰ ਬੋਲਿਆ, ਪ੍ਰੋਫੈਸਰ ਸਾਹਿਬ ਸਿੰਘ ਵੀ ਕਹਿੰਦੇ ਨੇ ਵੀ ਜਿਹੜੀਆਂ ਕਿਸੇ ਦੀਆਂ ਸੜੀਆਂ ਹੋਈਆਂ ਖੋਪੜੀਆਂ, ਅੱਧੀਆਂ ਸੜੀਆਂ ਖੋਪੜੀਆਂ, ਕਿਸੇ ਦੀਆਂ ਲੱਤਾਂ, ਕਿਸੇ ਦੀਆਂ ਬਾਹਾਂ, ਸਿਰਫ 4 ਸਾਬਤ ਸਰੀਰ ਜਿਹੜੇ ਸੀ ਉਸ ਵੇਲੇ ਉੱਥੋਂ ਲੱਭੇ ਤੇ ਲਗਭਗ 119 ਸਾਬਤ ਖੋਪੜੀਆਂ। ਇਹਦਾ ਮਤਲਬ ਹੈ ਵੀ 119 ਜਾਣੇ ਤੇ ਉੱਥੇ ਕਤਲ ਹੋਏ, 119 ਸਾਬਤ ਖੋਪੜੀਆਂ ਜਿਹੜੀਆਂ ਸੀ ਉਹ ਲੱਭੀਆਂ। ਫਿਰ ਇਹਦੇ ਤੋਂ ਇਲਾਵਾ ਲਗਭਗ 18 ਦੇ ਕਰੀਬ ਜਿਹੜੀਆਂ ਨੇ ਉਹ ਅੱਧ ਸੜੀਆਂ ਖੋਪੜੀਆਂ ਉਹ ਲੱਭੀਆਂ। ਲਗਭਗ 3 ਟੋਕਰੇ ਜਿਹੜੇ ਸੀ ਉਹ ਇਹਨਾਂ ਦੇ ਮਾਸ ਦੇ, ਜਿਹੜੇ ਉੱਥੇ ਸ਼ਹੀਦ ਕਰ ਦਿੱਤੇ ਗਏ। ਜਦੋਂ ਕਿਰਪਾਨ ਚੱਲੀ, ਕੀਮਾ ਕੀਮਾ ਕੀਤੇ ਗਏ, ਉਹਨੇ ਪੂਰੀ ਹੱਤ ਕਰਾਈ ਆ ਆਪਣੇ ਵੱਲੋਂ, ਘੱਟ ਨਹੀਂ ਕੀਤਾ ਉਹਨੇ। ਲਗਭਗ 3 ਟੋਕਰੇ ਮਾਸ ਦੇ ਉਹ ਇਕੱਠੇ ਕੀਤੇ ਗਏ। ਫਿਰ ਇਸ ਤੋਂ ਇਲਾਵਾ 13 ਟੋਕਰੇ ਜਿਹੜੇ ਸੀ, ਟੋਕਰਾ ਤੁਸੀਂ ਸਮਝਦੇ ਹੋਵੋਗੇ ਨਾ, 13 ਟੋਕਰੇ ਜਿਹੜੇ ਸੀ ਨਾ ਉਹ ਉਹਨਾਂ ਦੀਆਂ ਹੱਡੀਆਂ, ਜਿਹਦੇ ਸਰੀਰ ਦਾ ਕੋਈ ਹਿੱਸਾ ਲੱਭਾ, ਕਿਸੇ ਦਾ ਕੁਝ ਲੱਭਾ, ਲਗਭਗ 13 ਟੋਕਰੇ। ਜਦੋਂ ਇਹਨਾਂ ਦਾ ਅੰਗੀਠਾ ਤਿਆਰ ਕੀਤਾ ਗਿਆ, ਵਾਹਿਗੁਰੂ ਜੀ ਗੱਲਾਂ ਨਾ ਕਰੋ, ਗੱਲਾਂ ਨਾ ਕਰੋ, ਜਦੋਂ ਇਹਨਾਂ ਦਾ ਅੰਗੀਠਾ ਤਿਆਰ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦਾ ਜਿਹੜਾ ਪ੍ਰਕਾਸ਼ ਅਸਥਾਨ ਹੈ, ਉਸ ਅਸਥਾਨ ਦੇ ਸਾਹਮਣੇ ਹੀ ਇਹਨਾਂ ਦਾ ਅੰਗੀਠਾ ਤਿਆਰ ਕੀਤਾ ਗਿਆ। 4 ਸਿੱਖ ਜਿਹੜੇ ਸੀ ਉਹ ਉਸ ਵੇਲੇ ਪਹਿਲਾਂ ਉਹਨਾਂ 4 ਦਾ ਸਰੀਰ ਉੱਥੇ ਰੱਖਿਆ ਗਿਆ ਅੰਗੀਠੇ ਦੇ ਉੱਤੇ, ਇੱਕੋ ਹੀ ਅੰਗੀਠਾ ਤਿਆਰ ਕਰਨਾ ਸੀ। ਫਿਰ ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਦੇ ਸਰੀਰਾਂ ਦੇ ਟੁਕੜੇ, ਹਿੱਸੇ ਜੋ ਵੀ ਮਿਲੇ, ਉਹ ਸਾਰੇ ਉਸ ਚਿਖਾ ਦੇ ਉੱਤੇ ਪਾ ਕੇ, ਇਹ ਲਗਭਗ 20 ਤਰੀਕ ਨੂੰ ਘਟਨਾ ਵਾਪਰੀ, 21 ਤਰੀਕ ਨੂੰ ਪ੍ਰਬੰਧ ਆਇਆ ਤੇ 22 ਤਰੀਕ ਨੂੰ ਇਹ ਗੱਲ ਮਿਲ ਗਈ ਸੀ ਵੀ ਤੁਸੀਂ ਅਜੇ ਸੰਸਕਾਰ ਨਹੀਂ ਕਰਨਾ, ਵੱਡੇ ਅਫਸਰ ਆ ਕੇ ਇਸ ਮੌਕੇ ਨੂੰ ਵੇਖਣਗੇ। 23 ਤਰੀਕ ਨੂੰ ਇਹਨਾਂ ਦਾ ਸੰਸਕਾਰ ਸਿੰਘਾਂ ਦਾ ਕੀਤਾ ਗਿਆ। ਵੈਸੇ ਤਾਂ ਇੰਟਰਨੈਟ ਤੇ ਫੋਟੋਆਂ ਵੀ ਅਵੇਲੇਬਲ ਨੇ, ਤੁਸੀਂ ਵੇਖ ਸਕਦੇ ਹੋ, ਕੁਝ ਫੋਟੋਆਂ ਉਹਦੀਆਂ ਮਿਲ ਜਾਂਦੀਆਂ ਨੇ। ਔਰ ਸਰਦਾਰ ਨਾਰਾਇਣ ਸਿੰਘ ਇਸ ਗੱਲ ਨੂੰ ਕਹਿੰਦੇ ਨੇ ਵੀ ਲਗਭਗ 1 ਲੱਖ ਬੰਦੇ ਦਾ ਇਕੱਠ ਹੋ ਗਿਆ ਸੀ 23 ਤਰੀਕ ਨੂੰ, ਜਿੱਦਣ ਸੰਸਕਾਰ ਹੋਣਾ ਸੀ ਇਹਨਾਂ ਸਿੰਘਾਂ ਦਾ। 1 ਲੱਖ ਬੰਦੇ ਦਾ। ਕੁਝ ਰੋ ਰਹੇ ਸੀ, ਵੈਰਾਗ ਦੇ ਵਿੱਚ ਸੀ, ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ, ਪਰ ਕਹਿੰਦੇ ਉਸ 1 ਲੱਖ ਬੰਦੇ ਦੇ ਵਿੱਚ ਕਦੀ ਕਦੀ ਤੇ ਇਦਾਂ ਲੱਗਦਾ ਸੀ ਵੀ ਜਿੱਦਾਂ ਇੱਥੇ ਇੱਕ ਵੀ ਬੰਦਾ ਨਾ ਹੋਵੇ, ਇੰਨੀ ਸ਼ਾਂਤੀ ਹੋ ਜਾਂਦੀ ਸੀ, ਇੰਨੀ ਸ਼ਾਂਤੀ ਸੀ ਉਸ ਵੇਲੇ, 1 ਲੱਖ ਬੰਦਾ ਹੋਵੇ। ਇਹਨਾਂ ਦੇ ਅੰਤਿਮ ਸੰਸਕਾਰ ਦੀ ਜਿਹੜੀ ਅਰਦਾਸ ਹੈ ਉਹ ਭਾਈ ਜੋਧ ਸਿੰਘ ਦੇ ਵੱਲੋਂ ਕੀਤੀ ਗਈ। ਫਿਰ ਉਹਨਾਂ ਨੇ ਤਕਰੀਰ ਵੀ ਕੀਤੀ ਸੀ ਵੀ ਭਾਈ ਅਸੀਂ ਸਿਰਫ ਅਜੇ ਆਪਣੇ ਪਿਛਲੇ ਇਤਿਹਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਵੀ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਅਸੀਂ ਅੱਜ ਅੱਖਾਂ ਦੇ ਨਾਲ ਦਰਸ਼ਨ ਵੀ ਕਰ ਲਿਆ ਹੈ, ਇਹਨਾਂ ਦੀਆਂ ਕੁਰਬਾਨੀਆਂ ਐਵੇਂ ਨਹੀਂ ਜਾਣਗੀਆਂ। ਔਰ ਫਿਰ ਇਸ ਤੋਂ ਇਲਾਵਾ ਜਦੋਂ ਇਹਨਾਂ ਦਾ ਸੰਸਕਾਰ ਹੋ ਜਾਂਦਾ ਹੈ, ਪੰਥ ਦੇ ਵੱਲੋਂ ਬਾਕਾਇਦਾ ਕੁਝ ਫੈਸਲੇ ਲਏ ਜਾਂਦੇ ਨੇ ਵੀ ਇੰਨਾ ਵੱਡਾ ਸਾਕਾ ਵਾਪਰ ਗਿਆ ਹੈ ਤੇ ਅਸੀਂ ਕਰਨਾ ਕੀ ਹੈ। ਫਿਰ ਇਹਨਾਂ ਨੇ ਇਹ ਲਿਆ ਸੀ ਕਿ ਮਹੰਤ ਨੂੰ ਉਹਦੇ ਕੀਤੇ ਦੀ ਸਜ਼ਾ ਦਿਵਾਉਣੀ ਹੈ। ਮਹੰਤ ਤੇ ਉਹਦੇ ਨਾਲ ਦੇ 7 ਹੋਰ ਬੰਦਿਆਂ ਨੂੰ ਵੈਸੇ ਫਾਂਸੀ ਦੀ ਸਜ਼ਾ ਹੋਈ ਸੀ, 7 ਬੰਦਿਆਂ ਦੀ ਤੇ ਬਣੀ ਰਹੀ, ਇਹਦੀ ਬਾਅਦ ਵਿੱਚ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ। ਇਹ ਕਾਫੀ ਚਿਰ ਜਿੰਦਾ ਵੀ ਰਿਹਾ ਬਾਅਦ ਦੇ ਵਿੱਚ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਇਹ ਸੀ ਵੀ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਗੰਜ ਉਸਾਰਿਆ ਜਾਵੇ। ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ, ਬੜੇ ਪ੍ਰਚਾਰਕ ਕਮਾਲ ਦੇ ਪੈਦਾ ਹੋਏ ਨੇ ਇਹਦੇ ਵਿੱਚੋਂ, ਉਹ ਇਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਫਿਰ ਇਹ ਗੱਲ ਸੀ ਜਿੱਦਣ ਜਿਹੜੀ 4, 5, 6 ਨੂੰ ਕਾਨਫਰੰਸ ਹੋਣੀ ਸੀ, ਉਸ 6 ਵਾਲੀ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਵੀ ਜਿਨ੍ਹਾਂ ਨੇ ਵੀ ਇੱਥੇ ਇਕੱਠੇ ਹੋਣਾ ਹੈ, ਬੀਬੀਆਂ ਹੋਣ, ਪੁਰਸ਼ ਹੋਣ, ਸਿਰ ਦੇ ਉੱਤੇ ਕਾਲੀ ਦਸਤਾਰ ਬੰਨ੍ਹ ਕੇ ਤੇ ਗੁਰਦੁਆਰੇ ਉਸ ਅਸਥਾਨ ਦੇ ਉੱਤੇ ਜਦੋਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜੁੜਨਾ ਹੈ ਤੇ ਸਿਰ ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਆਉਣ। ਔਰ ਕਹਿੰਦੇ ਨੇ ਕਿ ਜਿਸ ਵੇਲੇ ਇਹ ਇਕੱਠ ਹੋਇਆ ਸੀ ਇਹਨਾਂ ਸਿੰਘਾਂ ਦੀ ਯਾਦ ਦੇ ਵਿੱਚ,
ਸਾਰੇ ਹੀ ਕਾਲੀਆਂ ਦਸਤਾਰਾਂ ਦੇ ਵਿੱਚ ਸੀ। ਬੀਬੀਆਂ, ਬੱਚੇ, ਬਜ਼ੁਰਗ ਜਿਹੜੇ ਵੀ ਸੀ, ਸਪੈਸ਼ਲ ਤੌਰ ਦੇ ਉੱਤੇ ਪੱਗਾਂ ਰੰਗਣ ਦੇ ਲਈ ਮੱਟ ਚੜਾਏ ਗਏ ਸੀ ਵੀ ਇੱਥੇ ਪੱਗਾਂ ਰੰਗਣੀਆਂ ਨੇ ਲੋਕਾਂ ਨੇ। ਤੇ ਜਿਸ ਵੇਲੇ ਇਹ ਇਕੱਠ ਹੋਇਆ ਸੀ ਤੇ ਆਲੇ ਦੁਆਲੇ ਕਾਲੀਆਂ ਪੱਗਾਂ ਵਾਲਿਆਂ ਵੱਲ ਵੇਖ ਕੇ ਇੰਜ ਲੱਗਦਾ ਸੀ ਵੀ ਜਿੱਦਾਂ ਕੋਈ ਕਾਲੇ ਰੰਗ ਦੀ ਚਾਦਰ ਤਾਣ ਦਿੱਤੀ ਗਈ ਹੋਵੇ। ਇੰਨੇ ਲੋਕ ਜਿਹੜੇ ਉਹ ਇਕੱਠੇ ਹੋਏ ਸੀ ਸੰਗਤ ਦੇ ਵਿੱਚ। ਫਿਰ ਉੱਥੇ ਇੱਕ ਜਿਹੜਾ ਹੈ, ਜਦੋਂ ਅਸੀਂ ਗੱਲ ਪੜ੍ਹਦੇ ਹਾਂ ਕਿ ਭਾਈ ਲਛਮਣ ਸਿੰਘ ਹੋਣੀ ਜਾਂ ਇਸ ਤੋਂ ਇਲਾਵਾ ਭਾਈ ਟਹਿਲ ਸਿੰਘ ਵਰਗੇ, ਭਾਈ ਵਰਿਆਮ ਸਿੰਘ ਵਰਗੇ, ਭਾਈ ਦਲੀਪ ਸਿੰਘ ਵਰਗੇ, ਇਹ ਜਿਹੜੇ ਸਿੱਖ ਨੇ ਇਹ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਹੋਰ ਕੁਝ ਸਿੰਘਾਂ ਦੇ ਨਾਵਾਂ ਦਾ ਵੇਰਵਾ ਵੀ ਸਾਡੇ ਕੋਲ ਅਵੇਲੇਬਲ ਹੈ। ਸਾਰਿਆਂ ਦੇ ਨਹੀਂ, ਬਾਕਾਇਦਾ ਜਦੋਂ ਉਹ ਨਾਮ ਚੁਣੇ ਗਏ, ਜਿਨ੍ਹਾਂ ਜਿਹੜੇ ਸ਼ਹੀਦ ਹੋਏ, ਜੇ ਉਹਨਾਂ ਦੇ ਉੱਤੇ ਕੋਈ ਕਰਜ਼ਾ ਸੀ ਵੀ ਕਿਸੇ ਨੇ ਕਰਜ਼ਾ ਦੇਣਾ ਸੀ ਕਿਸੇ ਦਾ, ਪੰਥ ਨੇ ਇਹ ਕਿਹਾ ਵੀ ਕਰਜ਼ਾ ਸ਼੍ਰੋਮਣੀ ਕਮੇਟੀ ਦੇਵੇਗੀ। ਉਹਨਾਂ ਦੇ ਕਰਜ਼ੇ ਉਤਾਰੇ ਗਏ। ਜਿਹੜੇ ਅਸੀਂ ਕਹਿੰਦੇ ਵੀ ਸ਼ਹੀਦਾਂ ਦੀ ਸੰਭਾਲ ਕਿੱਦਾਂ ਕੀਤੀ ਜਾਣੀ ਹੈ, ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕੋਈ ਕਰਜ਼ਾ ਸੀ, ਉਹਨਾਂ ਦਾ ਕਰਜ਼ਾ ਜਿਹੜਾ ਸੀ ਉਹ ਉਤਾਰਿਆ ਗਿਆ। ਕਈਆਂ ਨੂੰ ਤੇ ਬਾਕਾਇਦਾ ਜਿਹੜੀ ਹੈ ਉਹ ਪੈਨਸ਼ਨ ਵੀ ਮਿਲਦੀ ਰਹੀ ਹੈ ਬਾਅਦ ਦੇ ਵਿੱਚ। ਇਹ ਉਸ ਪਾਸੇ ਤੋਂ ਫੈਸਲੇ ਲਏ ਗਏ ਸੀ ਵੀ ਹੁਣ ਇਹ ਵਾਪਰ ਗਿਆ ਹੈ ਤੇ ਇਹਦੇ ਤੋਂ ਬਾਅਦ ਅਸੀਂ ਕੀ ਕਰਨਾ ਹੈ। ਇਸ ਤਰੀਕੇ ਦੇ ਨਾਲ, ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧ, ਬਹੁਤ ਗੁਰਦੁਆਰਿਆਂ ਦੇ ਪ੍ਰਬੰਧ ਲਏ ਗਏ ਸੀ, ਪਰ ਸਭ ਤੋਂ ਜ਼ਿਆਦਾ ਖੂਨੀ ਪ੍ਰਬੰਧ ਜਿਹੜਾ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ ਸੀ, ਮਹਾਰਾਜ ਜੀ ਦੇ ਜਨਮ ਅਸਥਾਨ ਦੇ ਉੱਤੇ। ਵੈਸੇ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਹੋਈਆਂ ਨੇ, ਪਰ ਜਿਹੜਾ ਸਭ ਤੋਂ ਜ਼ਿਆਦਾ ਖੂਨੀ ਸਾਕਾ ਹੈ ਉਹ ਨਨਕਾਣਾ ਸਾਹਿਬ ਦੇ ਅੰਦਰ ਵਾਪਰਿਆ ਹੈ। ਤੇ ਉਸ ਵੇਲੇ ਮਹੰਤ ਤੋਂ ਆਜ਼ਾਦ ਕਰਵਾ ਕੇ ਤੇ ਇਹ ਗੁਰਦੁਆਰੇ ਜਿਹੜੇ ਸੀ ਇਹ ਪੰਥ ਦੇ ਹਿੱਸੇ ਆਏ ਸੀ। ਤੇ ਇਸ ਗੁਰਦੁਆਰੇ ਦਾ ਪ੍ਰਬੰਧ ਫਿਰ ਪੰਥ ਨੇ ਸੰਭਾਲਿਆ ਹੈ। 1947 ਦੀ ਪਾਰਟੀਸ਼ਨ ਤੋਂ ਬਾਅਦ ਇਹ ਜਿਹੜਾ ਹੈ ਉਹ ਫਿਰ ਉੱਥੇ ਉਹ ਵੱਖਰੀ ਕਮੇਟੀ ਉਹਦਾ ਪ੍ਰਬੰਧ ਵੇਖਦੀ ਹੈ। ਇੱਥੋਂ ਦਾ ਜਿਹੜਾ ਸੰਬੰਧ ਹੈ ਉਹ ਸਾਡੇ ਇਸ ਦੇਸ਼ ਦੇ ਨਾਲ ਬਣ ਜਾਂਦਾ ਹੈ। ਇਹ ਮਹਾਰਾਜ ਜੀ ਦੇ ਉਹ ਸਿੱਖ ਨੇ ਜਿਹੜੇ ਅੱਜ ਦੇ ਦਿਨ ਸ਼ਹੀਦ ਹੋਏ ਨੇ। ਫਿਰ ਅਗਲੇ ਦਿਨ ਇਹਨਾਂ ਨੂੰ ਪ੍ਰਬੰਧ ਮਿਲਦਾ ਹੈ ਕਰਤਾਰ ਸਿੰਘ ਝੱਬਰ ਹੋਣਾ ਨੂੰ, ਤੇ ਫਿਰ 23 ਤਰੀਕ ਨੂੰ ਇਹਨਾਂ ਦੇ ਸਿੰਘਾਂ ਦੇ ਸੰਸਕਾਰ ਦਾ ਦਿਹਾੜਾ ਸੀ। ਸੋ ਬੜੀ ਸੰਖੇਪ ਜਿਹੀ ਮੈਂ ਆਪਣੇ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਤਾਂ ਕਿ ਇਹਨਾਂ ਨੂੰ ਅਸੀਂ ਯਾਦ ਜ਼ਰੂਰ ਕਰਦੇ ਰਹੀਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਸਾਡੇ ਲਈ ਕੀਤਾ ਹੈ। ਮੈਂ ਸ਼ੁਰੂ 'ਚ ਵੀ ਬੇਨਤੀ ਕੀਤੀ ਸੀ ਵੀ ਜੇ ਅਸੀਂ ਬੈਠਦੇ ਹਾਂ ਨਾ ਗੁਰਦੁਆਰਿਆਂ ਦੇ ਅੰਦਰ ਤੇ ਉਹਨਾਂ ਦੀ ਵਜ੍ਹਾ ਕਰਕੇ ਬੈਠਦੇ ਹਾਂ, ਨਹੀਂ ਤੇ ਪਤਾ ਨਹੀਂ ਗੁਰਦੁਆਰੇ ਅੱਜ ਸਾਡੇ ਕਿਹੜੇ ਰੂਪ ਦੇ ਵਿੱਚ ਹੁੰਦੇ। ਸੋ ਮਹਾਰਾਜ ਬਖਸ਼ ਲਵੇ, ਅਸੀਂ ਤੇ ਉਹਨਾਂ ਦੀਆਂ ਥਾਵਾਂ ਦੇ ਉੱਤੇ ਬੈਠਣ ਵਾਲੇ ਹਾਂ। ਸਾਡੇ ਵਰਗਿਆਂ ਨੂੰ ਬਿਠਾ ਕੇ ਗਏ ਨੇ, ਬਸ ਆਪਣੀ ਜ਼ਿੰਮੇਵਾਰੀ ਸੰਭਾਲੀਏ। ਮਹਾਰਾਜ ਦੇ ਅੱਗੇ ਹੋਈ ਅਰਦਾਸ ਹੈ, ਬਹੁਤ ਜ਼ਿੰਮੇਵਾਰੀ ਵਾਲਾ ਪਾਸਾ ਹੈ। ਹੋਰ ਇਹਦੇ ਬਾਰੇ ਅਸੀਂ ਕੀ ਕਹੀਏ ਜੀ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।